हाँ जी स्टूडेंट्स, वेलकम करते हैं ਤੁਹਾਡਾ ਤੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ BA ਸਮੈਸਟਰ ਫਸਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਪੰਜਾਬੀ ਇਲੈਕਟਿਵ ਦੀ। ਤੇ 5 ਕਵੀਆਂ ਦੇ ਆਪਾਂ ਪਹਿਲਾਂ ਅਪਲੋਡ ਕਰ ਚੁੱਕੇ ਹਾਂ। ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋਫੈਸਰ ਪੂਰਨ ਸਿੰਘ, ਫਿਰੋਜ਼ਦੀਨ ਸ਼ਰਫ, ਗੁਰਮੁਖ ਸਿੰਘ ਮੁਸਾਫਰ। ਤੇ ਤੁਹਾਡੇ ਹੈਗੇ ਨੇ ਟੋਟਲ 29 ਜਿਹੜੇ ਕਿ ਕਵੀ ਨੇ, ਜਿਨ੍ਹਾਂ ਦੇ ਵਿੱਚੋਂ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ 10 ਜਾਂ 11 ਠੀਕ ਹੈ ਕਵੀਆਂ ਦੇ ਕਰ ਸਕਦੇ ਹੋ ਪ੍ਰਸੰਗ ਸਹਿਤ ਵਿਆਖਿਆ। ਉਹਨਾਂ ਦੇ ਵਿੱਚ ਤੁਹਾਨੂੰ ਪੱਕਾ ਆਏ ਜਾਣੀ ਹੈ। ਠੀਕ ਹੈ, ਹੁਣ ਆਪਾਂ 5 ਦੀ ਕਰ ਚੁੱਕੇ ਹਾਂ, ਬਾਕੀ ਰਹਿੰਦੇ ਨੇ ਹੁਣ ਆਪਾਂ ਕਰਾਂਗੇ। ਤੇ ਇਹਦੇ ਵਿੱਚ ਹੈਗਾ ਉਸ ਵੀਡੀਓ 'ਚ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਵਿਸ਼ਾ ਵਸਤੂ ਹੁੰਦਾ, ਤੁਹਾਨੂੰ ਵਿਸ਼ਾ ਵਸਤੂ ਵੀ ਆਉਣਾ, ਠੀਕ ਹੈ, ਤੇ ਪ੍ਰਸੰਗ ਸਹਿਤ ਵਿਆਖਿਆ ਵੀ ਆਉਣੀ। ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ ਆਉਣੀ ਤੇ ਕਵਿਤਾ ਦਾ ਵਿਸ਼ਾ ਵਸਤੂ ਵੀ ਆਉਣਾ। ਤੇ ਜਿਸ ਕਵਿਤਾ ਤੁਸੀਂ ਵਿਸ਼ਾ ਵਸਤੂ ਕਰ ਲਓ, ਉਹਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਸਾਰੀਆਂ ਲਾਈਨਾਂ ਉਹੀ ਲਾਈਨਾਂ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ। ਬਟ ਤੁਹਾਨੂੰ ਇੰਨਾ ਕੁ ਪਤਾ ਹੋਣਾ ਚਾਹੀਦਾ ਕਿ ਇਹ ਕਵਿਤਾ ਹੈ ਕਿਹੜੀ ਹੈ, ਠੀਕ ਹੈ, ਤੁਹਾਨੂੰ ਪਹਿਚਾਣ ਹੋਣੀ ਚਾਹੀਦੀ ਉਹਨਾਂ ਦੇ ਸਤਰਾਂ ਦੀ। ਤੇ ਜਿਹਦਾ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰ ਲਈ, ਉਸ ਦੀ ਜਿਹੜੇ ਕਿ ਵਿਸ਼ਾ ਵਸਤੂ ਯਾਦ ਕਰਨ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ, ਕਿਉਂਕਿ ਉਹ ਵਿਸ਼ਾ ਵਸਤੂ ਉਸ ਸਾਰੀ ਕਵਿਤਾ ਦਾ ਹੀ ਸਾਰ ਹੁੰਦਾ। ਠੀਕ ਹੈ, ਵੀ ਜਿਹੜੀ ਕਵਿਤਾ ਉਹਦੀ ਜਿਹੜੀ ਤੁਸੀਂ ਵਿਆਖਿਆ ਕੀਤੀ ਹੈ ਉਹੀ ਵਿਸ਼ਾ ਵਸਤੂ ਦੇ ਵਿੱਚ ਲਿਖਣੀ ਹੁੰਦੀ ਹੈ। ਤੇ ਹੁਣ ਆਪਾਂ ਇਸ ਦੇ ਵਿੱਚ ਕਰ ਰਹੇ ਹਾਂ ਪ੍ਰੋਫੈਸਰ ਮੋਹਨ ਸਿੰਘ। ਹਰ ਇੱਕ ਰਾਈਟਰ ਦਾ ਤੁਹਾਨੂੰ ਜਨਮ ਤੇ ਦੇਹਾਂਤ ਵਾਲਾ ਜ਼ਰੂਰ ਕੁਐਸਚਨ ਯਾਦ ਹੋਣਾ ਚਾਹੀਦਾ, ਤੇ ਉਹਨਾਂ ਦੀਆਂ ਰਚਨਾਵਾਂ, ਕਿਉਂਕਿ ਇਹਨਾਂ ਤੇ ਵੀ ਸ਼ਾਰਟ ਕੁਐਸਚਨ ਪੁੱਛੇ ਜਾਂਦੇ ਨੇ, ਤੇ ਸਪੈਸ਼ਲੀ ਪ੍ਰਾਈਵੇਟ ਸਟੂਡੈਂਟਸ, ਕਿਉਂਕਿ ਉਹਨਾਂ ਨੂੰ 20 ਕੁਐਸਚਨ ਆਉਣੇ ਨੇ ਸ਼ਾਰਟ ਕੁਐਸਚਨ। ਹਾਂਜੀ, ਤੁਸੀਂ ਦੇਖ ਸਕਦੇ ਹੋ ਕੁਐਸਚਨ ਨੇ। ਠੀਕ ਹੈ, ਪ੍ਰੋਫੈਸਰ ਮੋਹਨ ਸਿੰਘ ਦੇ ਕਾਵਿ ਸੰਗ੍ਰਹਿ ਦਿੱਤੇ ਹੋਏ ਨੇ, ਤੇ ਉਹਦੇ ਮਹਾਕਾਵ ਏਸ਼ੀਆ ਦਾ ਚਾਨਣ ਨਨਕਾਈਨ। ਤੇ ਪ੍ਰੋਫੈਸਰ ਮੋਹਨ ਸਿੰਘ ਨੂੰ ਜਿਹੜੇ ਕਿ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ ਵੱਡਾ ਵੇਲਾ ਦੇ ਲਈ, ਵੱਡਾ ਵੇਲਾ ਕਾਵਿ ਸੰਗ੍ਰਹਿ ਸੀ। ਠੀਕ ਹੈ, ਨੈਕਸਟ ਹੁਣ ਆਪਾਂ ਇਹਦਾ ਦੇਖਦੇ ਹਾਂ। ਮੈਂ ਨਹੀਂ ਰਹਿਣਾ ਤੇਰੇ ਗਿਰਾ। ਹਾਂਜੀ, ਮੈਂ ਨਹੀਂ ਰਹਿਣਾ ਤੇਰੇ ਗਿਰਾ, ਛੱਡ ਦੇ ਚੂੜੇ ਵਾਲੀਏ ਕੁੜੀਏ, ਛੱਡ ਦੇ ਸੋਨੇ ਲੱਦੀਏ ਪਰੀਏ, ਛੱਡ ਦੇ ਮੇਰੀ ਬਾਂਹ, ਮੈਂ ਨਹੀਂ ਰਹਿਣਾ ਤੇਰੇ ਗਿਰਾ। ਇਹਦੇ ਵਿੱਚ ਪਹਿਚਾਣ ਵਰਡ ਆ ਜਿਹੜੀ ਕਿ ਮੈਂ ਨਹੀਂ ਰਹਿਣਾ ਤੇਰੇ ਗਿਰਾ ਤੋਂ। ਤੇ ਇਸ ਪੋਇਮ ਦੀ ਤੁਹਾਨੂੰ ਪਹਿਚਾਣ ਮੈਂ ਨਹੀਂ ਰਹਿਣਾ ਤੇਰੇ ਗਿਰਾ ਤੋਂ ਜਿਹੜੇ ਕਿ ਆ ਜਾਣੀ ਹੈ, ਜਿਸ ਕਰਕੇ ਆਪਾਂ ਇਹਦਾ ਸਿੱਧਾ ਹੀ ਵਿਸ਼ਾ ਵਸਤੂ ਕਰਾਂਗੇ। ਵਿਸ਼ੇ ਵਸਤੂ ਤੁਸੀਂ ਇਹਦੇ ਵਿੱਚ ਲਾਈਨਾਂ ਐਡ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਇਹਦਾ ਈਜ਼ੀਲੀ ਪਹਿਚਾਣ ਹੋ ਜਾਏਗੀ ਮੈਂ ਨਹੀਂ ਰਹਿਣਾ ਤੇਰੇ ਗਿਰਾ। ਠੀਕ ਹੈ, ਤੇ ਵਿਸ਼ਾ ਵਸਤੂ ਦਾ ਜਿਹੜਾ ਟੌਪਿਕ ਹੋਊਗਾ ਉਹਦੇ ਉੱਪਰ ਵੀ ਨਾਮ ਇਹੀ ਆਊਗਾ, ਮੈਂ ਨਹੀਂ ਰਹਿਣਾ ਤੇਰੇ ਗਿਰਾ। ਅਸਲ ਦੇ ਵਿੱਚ ਇਹਦਾ ਪ੍ਰਸੰਗ ਆਪਾਂ ਕਰ ਲੈਂਦੇ ਹਾਂ ਕਿ ਪ੍ਰਸੰਗ ਦੇ ਵਿੱਚ ਇਸ ਕਵਿਤਾ ਵਿੱਚ ਕਵੀ ਨੇ ਪ੍ਰੋਫੈਸਰ ਮੋਹਨ ਸਿੰਘ ਨੇ ਇਸ ਦੁਨੀਆ ਦੇ ਵਿੱਚ ਪੈਦਾ ਹੋਈਆਂ ਬੁਰਾਈਆਂ, ਧਾਰਮਿਕ ਝਗੜਿਆਂ, ਵੈਰ ਵਿਰੋਧ, ਜ਼ਬਰ ਜ਼ੁਲਮ, ਬੇਇਨਸਾਫੀ, ਇਹਨਾਂ ਤੋਂ ਬਹੁਤ ਨਿਰਾਸ਼ਤਾ ਪ੍ਰਗਟ ਕੀਤੀ ਹੈ। ਤੇ ਉਹ ਇਸ ਦੁਨੀਆ ਤੋਂ ਦੂਰ ਕਿਸੇ ਆਦਰਸ਼ਕ ਦੁਨੀਆ ਵਿੱਚ ਜਾ ਕੇ ਸਬਰ, ਸ਼ੁਕਰ, ਆਜ਼ਾਦੀ, ਕੁਦਰਤੀ ਖੁੱਲ੍ਹ ਤੇ ਜਿਹੜੇ ਕਿ ਗੁਲਾਮੀ ਜੀਵਨ ਬਤੀਤ ਕਰਨਾ ਚਾਹੁੰਦਾ। ਤਾਂ ਹੀ ਉਹ ਦੁਨੀਆ ਨੂੰ ਕਹਿ ਰਿਹਾ ਕਿ ਛੱਡ ਦੇ ਚੂੜੇ ਵਾਲੀਏ, ਛੱਡ ਦੇ ਮੇਰੀ ਬਾਂਹ। ਤੇ ਇਹਨਾਂ ਸਤਰਾਂ ਵਿੱਚ ਕਵੀ ਨੇ ਦੁਨੀਆ ਨੂੰ ਸੋਨੇ ਲੱਦੀ ਚੂੜੇ ਵਾਲੀ ਸੱਜ ਵਿਆਹੀ ਨਾਰ ਦੇ ਰੂਪ ਵਿੱਚ ਕਿਹਾ। ਭਾਵ ਕਿ ਸੱਜ ਵਿਆਹੀ ਕੀ ਹੈ, ਇੱਕ ਕਲਪਨਾ ਦੇ ਤੌਰ ਤੇ ਦੁਨੀਆ ਨੂੰ ਕਿਹਾ। ਠੀਕ ਹੈ, ਦੁਨੀਆ ਨੂੰ ਇੱਕ ਸੋਨੇ ਲੱਦੇ ਚੂੜੇ ਵਾਲੀ ਸੱਜ ਵਿਆਹੀ ਨਾਰ ਦੇ ਰੂਪ ਦੇ ਵਿੱਚ ਕਲਪਿਤ ਕਰਕੇ ਕਿਹਾ ਕਿ ਦੋਸ਼ਾਂ ਤੇ ਬੁਰਾਈਆਂ ਭਰੀ ਕਰਾਰ ਦਿੰਦਾ ਹੈ ਕਿ ਉਹਨੂੰ ਕਿਹਾ ਕਿ ਤੂੰ ਮੇਰਾ ਪੱਲਾ ਛੱਡ ਦੇ, ਮੈਂ ਨਹੀਂ ਤੇਰੇ ਕੋਲ ਰਹਿਣਾ। ਤੇ ਇਹਦੀਆਂ ਜਿਹੜੀ ਕਵਿਤਾ ਦੀ ਹਰ ਸਤਰ ਦੇ ਐਂਡ ਦੇ ਵਿੱਚ ਇਹੀ ਵਰਡ ਆ, ਮੈਂ ਨਹੀਂ ਰਹਿਣਾ ਤੇਰੇ ਗਿਰਾ। ਹਾਂਜੀ, ਇਸ ਦੇ ਵਿੱਚ ਜਿਹੜੇ ਕਿ ਕਵੀ ਇਹਦਾ ਵਿਸ਼ਾ ਜਿਹੜੇ ਕਿ ਇੱਕ ਸੱਜ ਵਿਆਹੀ ਇਸਤਰੀ ਵਾਂਗ ਦੁਨੀਆ ਨੂੰ ਕਿਹਾ ਗਿਆ। ਸੁੰਦਰ ਤੇ ਖਿੱਚ ਭਰੀ ਦਿਖਾਈ ਦੇਣ ਵਾਲੀ ਇਸ ਦੁਨੀਆ ਦੇ ਦੋਸ਼ ਤੇ ਬੁਰਾਈਆਂ ਨੇ ਦੱਸੀਆਂ ਨੇ। ਠੀਕ ਹੈ, ਕਵੀ ਕਹਿੰਦਾ ਕਿ ਸੱਜ ਵਿਆਹੀ ਮੁਟਿਆਰ ਦੇ ਰੂਪ ਦੇ ਵਿੱਚ ਇੱਕ ਕਲਪਿਤ ਜਿਹੜੀ ਦੁਨੀਆ, ਉਹਨੂੰ ਕਹਿੰਦਾ ਕਿ ਤੇਰੇ ਦੇ ਵਿੱਚ ਦੋਸ਼ਾਂ ਤੇ ਬੁਰਾਈਆਂ ਦੇ ਨਾਲ ਭਰਪੂਰ ਤੈਨੂੰ ਦੱਸਿਆ ਹੋਇਆ, ਤੇ ਇਸ ਕਰਕੇ ਉਸ ਤੋਂ ਪੱਲਾ ਛਡਾਉਣਾ ਚਾਹੁੰਦਾ। ਤੇ ਉਹ ਕਹਿੰਦਾ ਕਿ ਇਸ ਦੁਨੀਆ ਦੇ ਵਿੱਚ ਵੀਰ ਵੀਰਾਂ ਨੂੰ ਖਾਂਦੇ ਨੇ, ਤੇ ਉਹ ਇੱਕ ਦੂਜੇ ਨੂੰ ਦਿਨ ਦਿਹਾੜੇ ਮਾਰਦੇ ਨੇ, ਤੇ ਇੱਥੇ ਮਨੁੱਖ ਨੂੰ ਬੰਨ੍ਹਣ ਲਈ ਲੱਖਾਂ ਮਣ ਲੋਹਾ, ਜੰਜੀਰਾਂ ਤੇ ਹੱਥਕੜੀਆਂ ਉੱਪਰ ਲੱਗਿਆ ਹੋਇਆ, ਤੇ ਇੱਥੇ ਜੇਲ੍ਹਾਂ ਨੇ ਮੀਲਾਂ ਤੱਕ ਵਲਗਣਾ ਵੱਲੀਆਂ ਹੋਈਆਂ ਨੇ। ਇੱਥੇ ਧਰਮ ਦੇ ਨਾਂ ਤੇ ਖੂਨ ਦਰਿਆ ਜਿਹੜੇ ਕਿ ਵਹਿ ਤੁਰ ਰਹੇ ਨੇ, ਤੇ ਇਹਦੇ ਜਾਬਰ ਤੇ ਧੱਕੜਸ਼ਾਹ ਹੁਕੂਮਤ ਨੇ ਦੇਸ਼ ਭਗਤੀ ਨੂੰ ਜੁਰਮ ਕਰਾਰ ਦਿੰਦਿਆਂ ਹਨ, ਤੇ ਇੱਥੇ ਬੰਦਿਆਂ ਨੂੰ ਡੰਗਰ ਵਾਂਗ ਭਾਰ ਖਿੱਚਣਾ ਪੈਂਦਾ ਹੈ। ਠੀਕ ਹੈ, ਬੰਦੇ ਨੂੰ ਡੰਗਰਾਂ ਦੀ ਤਰ੍ਹਾਂ ਭਾਰ ਖਿੱਚਣਾ ਪੈਂਦਾ। ਇੱਥੇ ਈਸਾ, ਗੁਰੂ ਨਾਨਕ ਤੇ ਹਸਨ ਹੁਸੈਨ ਵਰਗੇ ਮਹਾਂਪੁਰਸ਼ ਉੱਪਰ ਵੀ ਜ਼ੁਲਮ ਢਾਏ ਹੋਏ ਨੇ। ਤੇ ਕਵੀ ਕਹਿੰਦਾ ਕਿ ਉਸਨੂੰ ਅਜਿਹੀ ਦੁਨੀਆ ਦੀ ਜ਼ਰੂਰਤ ਨਹੀਂ, ਤੇ ਉਹ ਇਹੋ ਜਿਹੇ ਸ਼ੋਹਰਤ, ਮਹਿਲਾਂ, ਚੁਬਾਰਿਆਂ ਦੇ ਅਹੁਦਿਆਂ ਦੇ ਚੰਗੇ ਖਾਣੇ ਨੂੰ ਜਿਹੜੇ ਕਿ ਲੱਤ ਮਾਰਦਾ, ਤੇ ਉਹ ਇਸ ਦਾ ਤਿਆਗ ਕਰਕੇ ਕਿਸੇ ਗੁੰਮਨਾਮ ਵਾਦੀ ਦੇ ਵਿੱਚ ਚਲਾ ਜਾਣਾ ਚਾਹੁੰਦਾ, ਜਿੱਥੇ ਮੇਰ ਤੇਰ ਦਾ ਕੋਈ ਝਗੜਾ ਨਾ ਹੋਵੇ, ਜਿੱਥੇ ਨਾ ਕੋਈ ਧਾਰਮਿਕ ਵਿਤਕਰਾ ਹੋਵੇ, ਤੇ ਸਗੋਂ ਹਰ ਪਾਸੇ ਜਿਹੜੀ ਕਿ ਆਜ਼ਾਦੀ ਦਾ ਵਾਤਾਵਰਨ ਹੋਵੇ, ਤੇ ਹਰ ਪਾਸੇ ਫੁੱਲ ਮਹਿਕ ਰਹੇ ਹੋਣ, ਤੇ ਉਹ ਹਰਨੋਟਿਆਂ, ਤਿੱਤਲੀਆਂ, ਕੋਇਲਾਂ, ਘੁੱਗੀਆਂ ਤੇ ਬੁਲਬੁਲਿਆਂ ਦੇ ਨਾਲ ਖੇਡ ਰਿਹਾ ਹੋਵੇ। ਤੇ ਕਵੀ ਅਜਿਹੀ ਗੁੰਮਨਾਮ ਦੁਨੀਆ ਦੇ ਵਿੱਚ ਚੁੱਪ ਚਪੀਤੇ ਮਰ ਜਾਣਾ ਚਾਹੁੰਦਾ, ਜਿੱਥੇ ਕੋਈ ਵੀ ਉਸਨੂੰ ਜਿਹੜੇ ਕਿ ਲਾਂਬੂ ਲਾਉਣ ਵਾਲਾ, ਤੇ ਜਿੱਥੇ ਨਾ ਕੋਈ ਉਹਨੂੰ ਕੋਈ ਲਾਂਬੂ ਲਾਉਣ ਵਾਲਾ ਹੋਵੇ, ਤੇ ਨਾ ਹੀ ਉਹਦੀ ਜਾਇਦਾਦ ਪਿੱਛੋਂ ਕੋਈ ਲੜਾਈ ਝਗੜੇ ਕਰਨ ਵਾਲਾ ਹੋਵੇ।
ਤੇ ਉਹ ਚਾਹੁੰਦਾ ਕਿ ਉਹਦੇ ਮਰਨ ਮਗਰੋਂ ਉਸਦਾ ਨਾਂ ਨਿਸ਼ਾਨ ਵੀ ਮਿਟ ਜਾਵੇ। ਇਸ ਪ੍ਰਕਾਰ ਇਹ ਕਵਿਤਾ ਦਾ ਵਿਸ਼ਾ ਜਿਹੜੀ ਕਿ ਨਿਰਾਸ਼ਵਾਦੀ ਹੈ ਤੇ ਪਲਾਇਨਵਾਦੀ ਹੈ ਤੇ ਇਸ ਦੇ ਵਿੱਚ ਵਿਅੰਗ ਦਾ ਅੰਸ਼ ਵੀ ਹੈ। ਹਾਂਜੀ, ਉਸ ਤੋਂ ਅੱਗੇ ਹੈਗਾ ਕਵਿਤਾ ਤਾਜ ਮਹਿਲ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹਿਲ। ਦੁੱਧ ਚਿੱਟੀਆਂ ਰੰਗਦਾਰ ਮਰਮਰਾ ਤੇ ਗਲ ਘੱਤ ਕੇ ਵਾਹੀ, ਸੋਹਲ ਪੱਤੀਆਂ ਚੰਨ ਦੀਆਂ ਰੇਸ਼ਮਾਂ ਸੁੱਤੀਆਂ ਬੇਪਰਵਾਹੀ। ਹਾਂਜੀ, ਇਹ ਜਿਹੜੀ ਕਿ ਤਾਜ ਮਹਿਲ ਕਵਿਤਾ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਹੈ। ਇਸ ਦੇ ਵਿੱਚ ਕਵੀ ਨੇ ਜਿਹੜੀ ਕਿ ਤਾਜ ਮਹਿਲ ਦੀ ਜਿਹੜੀ ਸੁੰਦਰਤਾ ਦਾ ਬਿਆਨ ਕਰਨ ਦੇ ਨਾਲ ਨਾਲ ਉਹਦਾ ਇਤਿਹਾਸ ਵੀ ਦੱਸਿਆ। ਕਵੀ ਨੇ ਕਿਹਾ ਕਿ ਉਹਦੀਆਂ ਅੱਖਾਂ ਦੇ ਸਾਹਮਣੇ ਤਾਜ ਮਹਿਲ ਨੂੰ ਬਣਾਉਣ ਵਾਲੇ ਲੱਖਾਂ ਮਜ਼ਦੂਰਨੀਆਂ ਦਾ ਹੜ੍ਹ ਜਿਹੜੇ ਕਿ ਉਹਨੂੰ ਦਿਖਾਈ ਦਿੰਦਾ, ਠੀਕ ਆ, ਉਹਦੀ ਅੱਖਾਂ ਨੂੰ, ਤੇ ਜਿਨ੍ਹਾਂ ਦੀ ਭੁੱਖ ਅਤੇ ਦੁੱਖ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਤੋਂ ਜ਼ਬਰਦਸਤੀ ਕੰਮ ਕਰਵਾਇਆ ਗਿਆ। ਤੇ ਕਵੀ ਅਜਿਹੇ ਲੱਖਾਂ ਮਜ਼ਦੂਰਾਂ ਦੇ ਹੰਝੂਆਂ ਤੇ ਜਿਹੜਾ ਕਿ ਉਸਾਰੇ ਹੋਏ ਤਾਜ ਮਹਿਲ ਨੂੰ ਸੱਚਮੁੱਚ ਦਾ ਹੁਸਨ ਨਹੀਂ ਕਹਿੰਦਾ, ਸਗੋਂ ਉਹ ਕਹਿੰਦਾ ਕਿ ਇਹ ਇੱਕ ਧੋਖਾ। ਠੀਕ ਹੈ, ਤਾਂ ਇਹਦੇ ਵਿੱਚ ਵਿਆਖਿਆ ਦੇ ਵਿੱਚ ਕਹਾਂਗੇ ਆਪਾਂ ਹੁਣ ਵੀ ਕਵੀ ਕਹਿ ਰਿਹਾ ਕਿ ਦੁੱਧ ਚਿੱਟਿਆ ਰੰਗਦਾਰ ਮਰਮਰਾ ਤਾਂ ਰੰਗਦਾਰ ਮਰਮਰਾ ਤੇ ਗਲ ਘੱਤ ਕੇ ਵਾਹੀ। ਹਾਂਜੀ, ਮਰਮਰਾ ਕੀ ਹੁੰਦਾ? ਸੰਗਮਰਮਰ। ਠੀਕ ਹੈ, ਸੰਗਮਰਮਰ। ਰੰਗਦਾਰ ਕੀ ਹੋ ਗਿਆ? ਰੰਗ ਧਾਰੀਦਾਰ, ਰੰਗਾਦਾਰ। ਤੇ ਇਹਦੇ ਵਿੱਚ ਕਵੀ ਕਹਿ ਰਿਹਾ ਹੈ ਕਿ ਚਾਨਣੀ ਰਾਤ ਦੇ ਵਿੱਚ ਤਾਜ ਮਹਿਲ ਇਵੇਂ ਪ੍ਰਤੀਤ ਲੱਗਦਾ ਜਿਵੇਂ ਦੁੱਧ ਚਿੱਟੀਆਂ ਧਾਰੀਦਾਰ ਸੰਗਮਰਮਰ ਦੀਆਂ ਸਿੱਲਾਂ ਦੇ ਗਲ ਲੱਗ ਕੇ ਪਾ ਕੇ ਚੰਨ ਦੀਆਂ ਸੋਹਲ ਤੇ ਪੱਤੀਆਂ ਰੇਸ਼ਮਾਂ ਜੋ ਕਿ ਬੇਪਰਵਾਹ ਕੇ ਹੋ ਕੇ ਸੁੱਤੀਆਂ ਪਈਆਂ ਹੋਣ। ਵੀ ਜਿਹੜੇ ਕਿ ਦੁੱਧ ਚਿੱਟੀਆਂ ਰੰਗਦਾਰ ਜਿਹੜੇ ਕਿ ਸੰਗਮਰਮਰਾਂ ਗਲ ਘੱਤ ਕੇ ਬਾਹੇ। ਠੀਕ ਹੈ, ਵੀ ਸੰਗਮਰਮਰ ਦੀਆਂ ਸਿੱਲਾਂ ਦੇ ਗਲ ਲੱਗ ਕੇ ਚੰਨ ਦੀਆਂ ਸੋਹਲ ਪੱਤੀਆਂ ਦੀ ਤਰ੍ਹਾਂ ਜਿਹੜੇ ਕਿ ਆਲੇ ਦੁਆਲੇ ਲਿਪਟ ਕੇ ਜਿਹੜੇ ਕਿ ਸੁੱਤੀਆਂ ਪਈਆਂ ਨੇ। ਵਿਰਸ਼ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਗੜੂੰਦੇ ਘਾਹ ਦੇ ਸੋਹਲ ਸੀਨਿਆਂ ਉੱਤੇ ਸਵਾਦ ਹੋਣਗੇ ਲੱਗ ਟਾਹਣਾ ਨਾਲ ਵੇਲਾਂ ਸੁੱਤੀਆਂ ਲੱਗ ਵੇਲਾਂ ਗਲ ਕਲੀਆਂ। ਹਾਂਜੀ, ਕਵੀ ਕਹਿ ਰਿਹਾ ਕਿ ਆਲੇ ਦੁਆਲੇ ਵਿਰਸ਼ਾਂ ਤੇ ਬੂਟਿਆਂ ਦੇ ਪਰਛਾਵੇਂ ਇਸ ਪ੍ਰਕਾਰ ਜਿਹੜੇ ਕਿ ਨਸ਼ਿਆਂ ਦੇ ਵਿੱਚ ਮਸਤ ਹੋਏ ਪਏ ਨੇ ਜਿਵੇਂ ਉਹ ਘਾਹ ਦੇ ਸੋਹਲ ਸੀਨਿਆਂ ਦੇ ਉੱਪਰ ਸਵਾਦ ਹੋ ਕੇ ਊਂਘ ਰਹੇ ਹੋਣ, ਭਾਵ ਕਿ ਸੋ ਰਹੇ ਹੋਣ। ਤੇ ਲੱਗ ਟਾਹਣਾ ਵੱਲ ਗਲ ਵੇਲਾ ਸੁੱਤੀਆਂ ਲੱਗ ਵੇਲਾ ਗਲ ਕਲੀਆਂ। ਹਾਂਜੀ, ਕਵੀ ਕਹਿ ਰਿਹਾ ਹੈ ਕਿ ਤਾਜ ਮਹਿਲ ਦੇ ਜਿਹੜੇ ਕਿ ਉੱਥੇ ਪੌਦਿਆਂ ਦੀਆਂ ਟਹਿਣੀਆਂ ਦੇ ਗਲ ਲੱਗ ਕੇ ਵੇਲਾਂ ਸੁੱਤੀਆਂ ਹੋਈਆਂ ਨੇ ਤੇ ਵੇਲਾਂ ਦੇ ਗਲ ਲੱਗੀਆਂ ਹੋਈਆਂ ਨੇ। ਠੀਕ ਹੈ, ਅੱਗੇ ਹੈ ਤੇ ਵੇਲਾਂ ਦੇ ਗਲ ਜਿਹੜੇ ਕਿ ਕਲੀਆਂ ਲੱਗੀਆਂ ਹੋਈਆਂ ਨੇ। ਨੈਕਸਟ ਹੈ ਨੀਂਦ ਵਲੇਵੇ ਵਾਲੀਆਂ ਜਿਹੜੇ ਕਿ ਉਹ ਨੀਂਦ ਜਿਹੜੇ ਕਿ ਵਲੇਵੇ ਵਾਲੀਆਂ ਦੇ ਵਿੱਚ ਹੋਈਆਂ ਪਈਆਂ ਨੇ, ਖੁਸ਼ਬੂ ਕਲੀਆਂ ਦੇ ਗਲ ਲੱਗ ਕੇ ਸੁੱਤੀਆਂ ਪਈਆਂ ਨੇ। ਸ਼ਾਂਤ ਸੁੱਤੇ ਜਮਨਾ ਦੇ ਕੰਢੇ ਹਰੇ ਭਰੇ ਅਤੇ ਸਾਵੇ ਨੀਂਦ ਵਿਗੂਤੀ ਜਲ ਧਾਰਾ ਨੂੰ ਬੰਨੀ ਵਿੱਚ ਕਲਾਵੇ। ਤਾਂ ਕਵੀ ਕਹਿੰਦਾ ਹੈ ਕਿ ਜਮਨਾ ਦੇ ਹਰੇ ਭਰੇ ਤੇ ਬਹੁਤ ਹੀ ਸਾਵੇ ਕੰਢੇ ਸ਼ਾਂਤ ਦੇ ਵਿੱਚ ਸੁੱਤੇ ਹੋਏ ਨੇ। ਠੀਕ ਹੈ, ਉਹਨਾਂ ਨੇ ਨੀਂਦਰ ਦੇ ਵਿੱਚ ਗਵਾਚੀ ਪਾਣੀ ਦੀ ਧਾਰਾ ਨੂੰ ਆਪਣੇ ਕਲਾਵੇ ਦੇ ਵਿੱਚ ਬੰਨਿਆ ਹੋਇਆ। ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ, ਜਾਣੋ ਜਮਨਾ ਹਰਨ ਵਾਸਤੇ ਬੁੱਕਲ ਵਿੱਚ ਲੁਕਾਇਆ। ਐਪਰ ਦੂਰ ਸਾਗਰਾ ਵੰਨੀ ਨੱਸਣ ਜਦੋਂ ਉਹ ਲੱਗੀ ਨੀਂਦ ਟੂਣਿਆਂ ਦੇ ਜੰਤਰ ਵਿੱਚ ਟੋਰ ਉਸ ਦੀ ਵੱਜੀ। ਹਾਂਜੀ, ਕਵੀ ਕਹਿੰਦਾ ਕਿ ਤਾਜ ਮਹਿਲ ਦੇ ਜਿਹੜੇ ਕਿ ਦੇਖ ਕੇ ਕਵੀ ਕਹਿੰਦਾ ਕਿ ਜਮਨਾ ਦੇ ਸੁੱਤੇ ਪਾਣੀਆਂ ਦੇ ਵਿੱਚ ਤਾਜ ਮਹਿਲ ਦਾ ਪਰਛਾਵਾਂ ਵੀ ਸੁੱਤਾ ਪਿਆ ਸੀ, ਭਾਵ ਕਿ ਜਿਹੜੇ ਕਿ ਤਾਜ ਮਹਿਲ ਜਮਨਾ ਨਦੀ ਦੇ ਕੰਢੇ ਤੇ ਆ ਤੇ ਉਹ ਜਮਨਾ ਨਦੀ ਦੇ ਸੁੱਤੇ ਪਾਣੀ ਦੇ ਵਿੱਚ ਤਾਜ ਮਹਿਲ ਦਾ ਪਰਛਾਵਾਂ ਵੀ ਸੁੱਤਾ ਪਿਆ ਸੀ। ਤਾਂ ਐਵੇਂ ਲੱਗ ਰਿਹਾ ਸੀ ਜਿਵੇਂ ਜਮਨਾ ਨੇ ਤਾਜ ਮਹਿਲ ਨੂੰ ਉਧਾਲਣ ਲਈ ਆਪਣੀ ਬੁੱਕਲ ਦੇ ਵਿੱਚ ਲੁਕਾਇਆ ਹੋਵੇ, ਭਾਵ ਕਿ ਜਿਵੇਂ ਜਮਨਾ ਨੇ ਤਾਜ ਮਹਿਲ ਨੂੰ ਉਧਾਲਣ ਭਾਵ ਕਿ ਉਹਨੂੰ ਆਪਣੇ ਨਾਲ ਲੈ ਕੇ ਜਾਣ ਦੇ ਲਈ ਆਪਣੀ ਬੁੱਕਲ ਦੇ ਵਿੱਚ ਲੁਕੋ ਰੱਖਿਆ ਹੋਵੇ। ਪਰੰਤੂ ਜਦੋਂ ਜਮਨਾ ਤਾਜ ਮਹਿਲ ਨੂੰ ਉਧਾਲ ਕੇ ਸਾਗਰ ਦੇ ਵੱਲ ਨੱਸਣ ਲੱਗਦੀ ਹੈ, ਸਾਗਰ ਦੇ ਵੱਲ ਭੱਜਣ ਲੱਗਦੀ ਹੈ, ਤਾਂ ਉਹਦੀ ਚਾਲ ਨੀਂਦ ਟੂਣਿਆਂ ਦੇ ਜੰਤਰ ਦੇ ਵਿੱਚ ਵੱਜ ਜਾਂਦੀ ਹੈ। ਅੱਗੇ ਹੈ ਸੁੱਤੇ ਇਸ ਚੁਗਿਰਦੇ ਅੰਦਰ ਮੈਂ ਕੱਲਾ ਇੱਕ ਜਾਗਾ, ਜਗ ਰਹੀਆਂ ਦੋ ਅੱਖੀਆਂ ਮੇਰੀਆਂ ਚੁੱਪ ਵਾਂਗ ਚਿਰਾਗਾ, ਗੁੰਮਦ ਦਿਆ ਗੁਬਾਰਾਂ ਉੱਤੇ ਮਸਤੀਆਂ ਅਲਸਾਈਆਂ, ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ ਸੁਹਜ ਸਵਾਦ ਤਹਿਰਾਈਆਂ, ਤੱਕ ਕਸਬ ਹੁਨਰ ਮੁਗਲਾਂ ਦਾ ਹੈਰਤ ਵੱਧਦੀ ਜਾਵੇ, ਸ਼ਾਹ ਜਮਾਨ ਦੇ ਸੂਝ ਸਵਾਦ ਨੂੰ ਲੂੰ ਪਿਆ ਸਹਲਾਵੇ। ਤਾਂ ਕਵੀ ਕਹਿ ਰਿਹਾ ਕਿ ਨੀਂਦ ਦੇ ਵਿੱਚ ਮਸਤ ਜਾਪ ਰਹੇ ਜਿਹੜੇ ਕਿ ਚੁਗਿਰਦੇ ਦੇ ਵਿੱਚ ਕੱਲਾ ਕਵੀ ਜਾਗ ਰਿਹਾ। ਠੀਕ ਹੈ, ਤੇ ਨਾਲ ਉਹਦੀਆਂ ਜਾਗ ਰਹੀਆਂ ਨੇ ਚੁਪੀਤੀਆਂ ਜਿਹੜੇ ਕਿ ਚਿਰਾਗ ਵਰਗੇ ਉਹਦੇ ਅੱਖਾਂ, ਤੇ ਗੁੰਮਦ ਦੀਆਂ ਉਭਾਰਾਂ ਉੱਤੇ ਮਸਤੀਆਂ ਅਲਸਾਈਆਂ, ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ।
ਤਾਂ ਕਵੀ ਕਹਿ ਰਿਹਾ ਕਿ ਗੁੰਮਤ ਦੇ ਉਭਾਰਾਂ ਉੱਪਰ ਜਿਹੜੇ ਕਿ ਮਸਤ ਹੋਈਆਂ ਕਵੀ ਦੀਆਂ ਨਜ਼ਰਾਂ ਜਿਹੜੇ ਕਿ ਫਿਰ ਰਹੀਆਂ ਸੀ ਤੇ ਉਹ ਆਪਣੀ ਸੁਹਜ ਸਵਾਦ ਦੀ ਪਿਆਸ ਨੂੰ ਜਿਹੜੇ ਕਿ ਮਿਟਾ ਰਹੀਆਂ ਸੀ। ਤੇ ਤੱਕ ਤੱਕ ਕਸਬ ਹੁਨਰ ਮੁਗਲਾਂ ਦਾ ਹੈਰਤ ਵੱਧਦੀ ਜਾਵੇ। ਤਾਂ ਕਵੀ ਕਹਿ ਰਿਹਾ ਕਿ ਮੁਗਲਾਂ ਦਾ ਕੰਮ ਤੇ ਹੁਨਰ ਦੇਖ ਕੇ ਉਹਦੀ ਹੈਰਾਨੀ ਵੱਧਦੀ ਜਾ ਰਹੀ ਸੀ ਤੇ ਉਹਦਾ ਲੂਣ ਨੂੰ ਸ਼ਾਹ ਜਮਾਨ ਦੇ ਸੁਹਜ ਸਵਾਦ ਨੂੰ ਸਲਾਹ ਰਿਹਾ ਸੀ। ਇੰਨੇ ਨੂੰ ਗੁੰਮਤ ਦਾ ਅੰਡਾ ਟੋਟੇ ਟੋਟੇ ਹੋਇਆ, ਚੀਕਾਂ ਕੂਕਾਂ ਤੇ ਫਰਿਆਦਾਂ ਜਾਂ ਅੰਬਰ ਨੂੰ ਛੋਹਿਆ, ਹੜ੍ਹ ਮਜ਼ਦੂਰਨੀਆਂ ਦਾ ਵਗਿਆ, ਨਾਲ ਮਜ਼ੂਰਾਂ ਹਜ਼ਾਰਾਂ, ਚੁੱਕੀ ਕਈਆਂ ਦੁਰਮਟ ਦੇਸੇ, ਬੱਜੇ ਵਿੱਚ ਵਗਾਰਾਂ। ਤਾਂ ਕਵੀ ਇਹਦੇ ਵਿੱਚ ਕਹਿ ਰਿਹਾ ਕਿ ਇੰਨੇ ਨੂੰ ਜਿਹੜੇ ਕਿ ਕਵੀ ਲਿਖਦਾ ਕਿ ਇੰਨੇ ਨੂੰ ਉਹਦੀਆਂ ਅੱਖਾਂ ਸਾਹਮਣੇ ਜਿਹੜੇ ਕਿ ਗੁੰਮਤ ਦਾ ਅੰਡਾ ਉਹ ਟੋਟੇ ਟੋਟੇ ਹੋ ਗਿਆ ਹੁੰਦਾ ਤੇ ਉਹਦੇ ਵਿੱਚੋਂ ਜਿਹੜੇ ਕਿ ਚੀਕਾਂ ਕੂਕਾਂ ਤੇ ਫਰਿਆਦਾਂ ਜਿਹੜੇ ਕਿ ਆਸਮਾਨ ਨੂੰ ਛੋਹ ਲੈਂਦੀਆਂ ਨੇ। ਤੇ ਇਹ ਚੀਕਾਂ ਤੇ ਕੂਕਾਂ ਮਜ਼ਦੂਰਾਂ ਤੇ ਮਜ਼ਦੂਰਨੀਆਂ ਦੀਆਂ ਸੀ ਜਿਨ੍ਹਾਂ ਨੇ ਤਾਜ ਮਹਿਲ ਨੂੰ ਉਸਾਰਨ ਦੇ ਵਿੱਚ ਹਿੱਸਾ ਪਾਇਆ ਸੀ। ਤਾਂ ਕਵੀ ਦੀ ਕਲਪਨਾ ਵਿੱਚ ਗੁੰਮਤ ਦੇ ਟੁੱਟੇ ਅੰਡੇ ਦੇ ਵਿੱਚੋਂ ਮਜ਼ਦੂਰਾਂ ਤੇ ਮਜ਼ਦੂਰਨੀਆਂ ਦਾ ਹੜ੍ਹ ਵਗਿਆ ਤੁਰਿਆ ਸੀ ਤੇ ਉਹਨਾਂ ਨੇ ਕਈਆਂ ਦੁਰਮਟ ਤੇ ਤੇਸੇ ਚੁੱਕੇ ਹੋਏ ਸੀ। ਦੁੱਧੀਆਂ ਨਾਲ ਪਲਮਦੇ ਬੱਚੇ, ਕੰਮੀ ਰੁੱਝੀਆਂ ਮਾਵਾਂ, ਅੱਖਾਂ ਦੇ ਵਿੱਚ ਛਲਕਣ ਅੱਥਰੂ, ਹਿੱਕਾਂ ਦੇ ਵਿੱਚ ਆਹਾਂ, ਬੋਕਿਆਂ ਵਰਗੇ ਪੇਟ ਉਹਨਾਂ ਦੇ, ਤੁੱਕਿਆਂ ਵਰਗੇ ਗਾਟੇ, ਛਾਲੇ ਛਾਲੇ ਹੱਥ ਉਹਨਾਂ ਦੇ, ਪੈਰ ਵਿਆਈਆਂ ਪਾਟੇ। ਤਾਂ ਕਵੀ ਕਹਿੰਦਾ ਕਿ ਤਾਜ ਮਹਿਲ ਦੀ ਉਸਾਰੀ ਦੇ ਵਿੱਚ ਜਿਹੜੇ ਗਰੀਬ ਮਜ਼ਦੂਰ ਤੇ ਮਜ਼ਦੂਰਨੀਆਂ ਦੀ ਦਰਦਨਾਕ ਝਾਕੀ ਦੇਖੀ ਉਹਨੇ। ਕਵੀ ਦੇਖ ਰਿਹਾ ਸੀ ਕਿ ਮਾਵਾਂ ਕੰਮ ਦੇ ਵਿੱਚ ਰੁੱਝੀਆਂ ਹੋਈਆਂ ਸੀ ਤੇ ਉਹਨਾਂ ਦੇ ਬੱਚੇ ਉਹਨਾਂ ਨਾਲ ਚਿੰਬੜੇ ਹੋਏ ਸੀ ਤੇ ਉਹਨਾਂ ਦੀ ਅੱਖਾਂ ਦੇ ਵਿੱਚ ਅੱਥਰੂ ਛਪਕ ਰਹੇ ਸੀ ਤੇ ਜਿਨ੍ਹਾਂ ਦੇ ਹਿੱਕਾਂ ਦੇ ਵਿੱਚੋਂ ਹੌਕੇ ਨਿਕਲ ਰਹੇ ਸੀ ਤੇ ਮਜ਼ਦੂਰ ਤੇ ਮਜ਼ਦੂਰਨੀਆਂ ਦੇ ਪੇਟ ਬੋਕਿਆਂ ਵਰਗੇ ਸੀ ਤੇ ਉਹਨਾਂ ਦੇ ਗਾਟੇ ਸੁੱਕੇ ਹੋਏ ਤੁੱਕਿਆਂ ਵਰਗੇ ਸੀ ਤੇ ਜਿਨ੍ਹਾਂ ਦੇ ਹੱਥ ਛਾਲਿਆਂ ਨਾਲ ਭਰੇ ਹੋਏ ਸੀ ਤੇ ਪੈਰ ਵਿਆਈਆਂ ਨਾਲ ਪਾਟੇ ਹੋਏ ਸੀ। ਤੇ ਬੋਕਾ ਜਿਹੜਾ ਕਿ ਚਮੜੇ ਦਾ ਡੋਲ ਹੁੰਦਾ ਜੋ ਖੂਹ ਵਿੱਚੋਂ ਪਾਣੀ ਕੱਢਣ ਲਈ ਵਰਤਿਆ ਜਾਂਦਾ। ਅੱਗੇ ਹੈ, ਫਿਰ ਵੀ ਕੰਮ ਕਰਾਵਣ ਵਾਲੇ ਮਾਰ ਮਾਰ ਕੇ ਫਾਟਾਂ, ਮਾਸੂਮ ਦੇ ਪਿੰਡਿਆਂ ਉੱਤੇ ਚੜ੍ਹੀ ਜਾਣ ਸਲਾਟਾਂ, ਐਦਾਂ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦਿਸ ਆਈ, ਨਾਲ ਪੀੜ ਦੇ ਕਲਵਕ ਹੋ ਕੇ ਰੂਹ ਮੇਰੀ ਕੁਰਲਾਈ, ਕੀ ਉਹ ਹੁਸਨ ਹੈ ਸੱਚਮੁੱਚ ਜਾਂ ਉਂਝੇ ਹੀ ਛਲਦਾ ਲੱਖ ਗਰੀਬ ਮਜ਼ਦੂਰਾਂ ਦੇ ਹੰਝੂਆਂ ਤੇ ਜੋ ਪਲਦਾ। ਹਾਂਜੀ, ਕਵੀ ਕਹਿੰਦਾ ਕਿ ਤਾਜ ਮਹਿਲ ਦੀ ਉਸਾਰੀ ਦੇ ਵਿੱਚ ਜਿਹੜੇ ਕਿ ਮਜ਼ਦੂਰਨੀਆਂ ਦੀ ਜਿਹੜੀ ਹਾਲਤ ਵਗਾਰ ਤੇ ਭੁੱਖ ਕਾਰਨ ਬੜੀ ਦਰਦਨਾਕ ਸੀ ਤੇ ਪਰੰਤੂ ਕੰਮ ਕਰਵਾਉਣ ਵਾਲੇ ਉਹਨਾਂ ਉੱਪਰ ਜਿਹੜੇ ਕਿ ਕੋਈ ਤਰਸ ਨਹੀਂ ਖਾ ਰਹੇ ਸੀ ਤੇ ਉਹਨਾਂ ਨੂੰ ਮਾਸੂਮਾਂ ਨੂੰ ਛਾਂਟੇ ਮਾਰ ਮਾਰ ਕੇ ਉਹਨਾਂ ਦੇ ਪਿੰਡਿਆਂ ਉੱਪਰ ਲਾਸ਼ਾਂ ਪਾਈ ਜਾ ਰਹੀ ਸੀ ਤੇ ਮਜ਼ਦੂਰਾਂ ਦੀ ਭੁੱਖ ਭਰੀ ਝਾਕੀ ਨੂੰ ਦੇਖ ਕੇ ਜਿਹੜੀ ਕਿ ਕਵੀ ਦੀ ਆਤਮਾ ਕੁਰਲਾ ਰਹੀ ਸੀ। ਤਾਂ ਫਿਰ ਇਹ ਦੇਖ ਕੇ ਜਿਹੜੇ ਕਿ ਕਵੀ ਕਹਿੰਦਾ ਕਿ ਇਸ ਤਾਜ ਮਹਿਲ ਦੀ ਉਸਾਰੀ ਦੇ ਵਿੱਚ ਉਹਨਾਂ ਦੀ ਜਿਹੜੀ ਜ਼ੁਲਮ ਦੀ ਝਾਕੀ ਦੇਖੀ ਤਾਂ ਉਹਦਾ ਪੀੜ ਨਾਲ ਤੜਫ ਕੇ ਉਹਦੀ ਰੂਹ ਕੁਰਲਾ ਕੇ ਪੁਕਾਰਦੀ ਹੈ ਕਿ ਉਹ ਹੁਸਨ ਸੱਚਮੁੱਚ ਦਾ ਹੁਸਨ ਹੈ ਜਾਂ ਇੱਕ ਧੋਖਾ। ਜਿਹੜਾ ਹੁਸਨ ਲੱਖਾਂ ਗਰੀਬ ਮਜ਼ਦੂਰਾਂ ਦੇ ਹੰਝੂਆਂ ਤੇ ਪਲਦਾ, ਭਾਵ ਅਜਿਹੇ ਹੁਸਨ ਨੂੰ ਆਪਾਂ ਸੱਚਮੁੱਚ ਦਾ ਹੁਸਨ ਨਹੀਂ ਕਿਹਾ ਜਾ ਸਕਦਾ ਜੋ ਲੱਖਾਂ ਗਰੀਬ ਮਜ਼ਦੂਰਾਂ ਦੇ ਹੌਂਕਿਆਂ ਤੋਂ ਭੱਜਿਆ ਹੋਵੇ, ਲੱਖਾਂ ਮਜ਼ਦੂਰਾਂ ਦੇ ਹੌਂਕਿਆਂ ਤੋਂ ਪੈਦਾ ਹੋਇਆ ਹੋਵੇ। ਤੇ ਅੱਗੇ ਤੁਸੀਂ ਇਸ ਕਵਿਤਾ ਦਾ ਜਿਹੜੇ ਕਿ ਵਿਸ਼ਾ ਵਸਤੂ ਆਪਾਂ ਨੇ ਜਿਹੜੀ ਪ੍ਰਸੰਗ ਸਹਿਤ ਵਿਆਖਿਆ ਸਾਰੀ ਕੀਤੀ ਉਹ ਸਾਰੀ ਜਿਹੜੀ ਕਿ ਇਹਦੇ ਵਿੱਚ ਐਡ ਹੋ ਜਾਣੀ ਹੈ। ਠੀਕ ਹੈ, ਟੋਟਲ ਹੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜੀ ਇਸ ਕਵਿਤਾ ਦੀ ਤਾਜ ਮਹਿਲ ਕਵਿਤਾ ਦਾ ਸਾਰਾ ਜਿਹੜਾ ਵੇਰਵਾ ਇਹਦੇ ਵਿੱਚ ਆ ਜਾਣਾ। ਨੈਕਸਟ ਦੇਖਦੇ ਹਾਂ ਟੌਪਿਕ ਅੱਗੇ। ਹਾਂਜੀ, ਅਗਲਾ ਕਵੀ ਹੈਗਾ ਬਾਵਾ ਬਲਵੰਤ। ਬਾਵਾ ਬਲਵੰਤ ਦਾ ਜਨਮ 1915 ਦੇ ਵਿੱਚ ਤੇ ਦੇਹਾਂਤ 1972 'ਚ। ਤੇ ਬਾਵਾ ਬਲਵੰਤ ਪ੍ਰਗਤੀਵਾਦੀ ਕਾਵਿਧਾਰਾ ਦਾ ਤੇ ਇਹਦੇ ਕਾਵਿ ਸੰਗ੍ਰਹਿ, ਠੀਕ ਹੈ, ਕਿਉਂਕਿ ਤੁਹਾਨੂੰ ਕੁਐਸਚਨ ਆ ਸਕਦੇ ਨੇ ਛੋਟੇ। ਹਾਂਜੀ, ਇਹਦੇ ਹੈ ਊਠਾਂ ਵਾਲੇ। ਲੰਘ ਗਏ ਹਨ ਊਠਾਂ ਵਾਲੇ, ਅਰਸ਼ਾਂ ਤੱਕ ਪਰਛਾਵੇਂ ਪਾ ਕੇ, ਮਾਰੂਥਲ ਦੇ ਥੰਮ ਹਿਲਾ ਕੇ, ਲੰਘੇ ਨਕਸ਼ੇ ਸਦੀਵੀ ਦੇ ਕੇ, ਤਪਦੇ ਰੇਤ 'ਚ ਬੇੜੀ ਖੇ ਕੇ, ਇਸ ਸਾਗਰ ਲਹਿਰ ਨਗਰ 'ਚੋਂ ਦੰਦੇ ਲੈਂਦੇ ਪੁਨਰ ਉਛਾਲੇ, ਲੰਘੇ ਗਏ ਹਨ ਊਠਾਂ ਵਾਲੇ। ਤਾਂ ਇਹ ਜਿਹੜੇ ਕਿ ਕਾਵ ਸੰਗ੍ਰਹਿ ਜਿਹੜਾ ਕਿ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚੋਂ ਦਰਜ ਬਾਵਾ ਬਲਵੰਤ ਦੀ ਜਿਹੜੀ ਕਵਿਤਾ ਊਠਾਂ ਵਾਲੇ ਦੇ ਵਿੱਚੋਂ ਲਿਆ ਗਿਆ। ਤੇ ਇਹਦੇ ਵਿੱਚ ਊਠਾਂ ਵਾਲੇ ਸ਼ਬਦ ਤੋਂ ਤੁਹਾਨੂੰ ਆਈਡੀਆ ਹੋ ਜਾਊਗਾ। ਠੀਕ ਹੈ, ਇਹਦੇ ਵਿੱਚ ਜਿਹੜੇ ਕਿ ਇਸ ਕਵਿਤਾ ਦਾ ਸੰਬੰਧ ਪੁੰਨੂ ਦੇ ਸੁੱਤੀ ਸੱਸੀ ਨੂੰ ਛੱਡ ਕੇ ਵੀ ਪੁੰਨੂ ਦੇ ਜਿਹੜੀ ਕਿ ਸੁੱਤੀ ਸੱਸੀ ਨੂੰ ਛੱਡ ਕੇ ਤੁਰ ਜਾਣ ਦੇ ਪਲਾਂ ਦੇ ਨਾਲ ਸੰਬੰਧਿਤ ਹੈ। ਤੇ ਇਸ ਕਵਿਤਾ ਦੇ ਦੋ ਭਾਗ ਨੇ। ਪਹਿਲੇ ਦੇ ਵਿੱਚ ਪੁੰਨੂ ਦੇ ਵਿਛੋੜੇ ਦੇ ਵਿੱਚ ਸੱਸੀ ਦੇ ਮਨ ਦੇ ਵਿੱਚ ਨਿਕਲੀ ਜਿਹੜੇ ਵਿਛੋੜੇ ਦੀ ਹੂਕ ਆ, ਦੂਜੇ ਦੇ ਵਿੱਚ ਉਹਦਾ ਮਨ ਸਮਝਾਵਾ। ਤਾਂ ਇਹਦੇ ਪਹਿਲੇ ਭਾਗ ਦੇ ਵਿੱਚ ਲੰਘ ਗਏ ਹਨ ਊਠਾਂ ਵਾਲੇ ਅਰਸ਼ਾਂ ਤੱਕ, ਤਾਂ ਪੁੰਨੂ ਤੋਂ ਵਿਛੜੀ ਹੋਈ ਸੱਸੀ ਮਹਿਸੂਸ ਕਰ ਰਹੀ ਸੀ ਕਿ ਪੁੰਨੂ ਨੂੰ ਨਾਲ ਲੈ ਕੇ ਜਾਣ ਵਾਲੇ ਊਠਾਂ ਵਾਲੇ ਉਸ ਲਈ ਆਸਮਾਨ ਤੱਕ ਵਿਜੋਗ ਦੇ ਪਰਛਾਵੇਂ ਛੱਡ ਕੇ ਚਲੇ ਗਏ ਨੇ ਤੇ ਜਿਹਦੇ ਨਾਲ ਉਹਦਾ ਦਿਲ
ਕੰਬਾਊ ਪ੍ਰਭਾਵ ਆ ਜਿਹੜੇ ਕਿ ਤਪਦੇ ਮਾਰੂਥਲ ਦੇ ਵਿੱਚ ਵੀ ਹਿੱਲ ਗਏ ਨੇ, ਤੇ ਇਸ ਤਰ੍ਹਾਂ ਉਹਦੇ ਦਿਲ ਉੱਪਰ ਜਿਹੜੇ ਕਿ ਡੂੰਘੇ ਦਰਦ ਜਿਹੜੇ ਸਦੀਵੀ ਨਿਸ਼ਾਨ ਪਾ ਕੇ ਜਿਹੜੇ ਕਿ ਚਲੇ ਗਏ ਨੇ। ਤੇ ਉਹ ਤਪਦੀ ਰੇਤ ਦੇ ਵਿੱਚ ਆਪਣੀ ਬੇੜੀ ਨੂੰ ਚਲਾਉਂਦੇ ਹੋਏ ਚਲੇ ਗਏ ਨੇ, ਤੇ ਇਹ ਤਪਦੀ ਰੇਤ ਦੇ ਸਾਗਰ ਦੀਆਂ ਲਹਿਰਾਂ ਦੀ ਦੁਨੀਆ ਦੇ ਵਿੱਚ ਮੁੜ ਮੁੜ ਉਛਾਲੇ ਖਾਂਦੇ ਹੋਏ ਚਲੇ ਗਏ ਨੇ। ਨੈਕਸਟ ਹੈ ਸੁਪਨ ਸੁਨਹਿਰੀ ਦੇਸ਼ ਦੇ ਮਾਲਕ ਅਣਜਾਣੇ ਪ੍ਰਦੇਸ਼ ਦੇ ਮਾਲਕ ਲੰਘ ਗਏ ਹਨ ਚੁੱਪ ਚਵੀਤੇ ਦੇਖ ਕੇ। ਹਾਂਜੀ, ਦੇਖ ਕੇ ਔਰ ਚੁੱਪ ਚਵੀਤੇ ਤਾਂ ਤੁਹਾਨੂੰ ਇੱਥੋਂ ਪਤਾ ਲੱਗ ਜਾਣਾ, ਵੈਸੇ ਊਠਾਂ ਵਾਲੇ ਹੈਗਾ ਇਹਦੇ ਵਿੱਚ ਨਿਸ਼ਾਨੀ, ਠੀਕ ਹੈ। ਦੇਖ ਕੇ ਨੈਣ ਖੁਸ਼ੀ ਦੇ ਵਿੱਚ ਸੀਤੇ, ਕੀ ਹੋਇਆ ਇਹ ਕਹਿਰ ਖੁਦਾਈ, ਟੱਲੀਆਂ ਦੀ ਆਵਾਜ਼ ਨਾ ਆਈ, ਲੱਖਾਂ ਚਾਅ ਪਿਘਲਾ ਜੋਬਨ ਦੇ, ਘੋਲ ਕੇ ਸੁਪਨ ਜਵਾਨੀ ਮਨ ਨੇ, ਭਰਿਆ ਸੀ ਇੱਕ ਸ਼ੌਂਕ ਪਿਆਲਾ, ਲੰਘਿਆ ਪਰ ਪੀਵਣ ਵਾਲਾ, ਟੁੱਟ ਜਾ ਹੁਣ ਜੀਵਨ ਦੇ ਪਿਆਲੇ, ਲੰਘ ਗਏ ਹਨ ਊਠਾਂ ਵਾਲੇ। ਹਾਂਜੀ, ਇਸ ਦੇ ਵਿੱਚ ਜਿਹੜੇ ਕਿ ਸੱਸੀ ਅਨੁਭਵ ਕਰਦੀ ਹੈ ਕਿ ਪੁੰਨੂ ਨੂੰ ਆਪਣੇ ਨਾਲ ਲੈ ਕੇ ਜਾਣ ਵਾਲੇ ਊਠਾਂ ਵਾਲੇ ਜਿਹੜੇ ਕਿ ਸੋਹਣੇ ਸੁਪਨਮਈ ਅਣਜਾਣੇ ਪ੍ਰਦੇਸ਼ ਦੇ ਮਾਲਕ ਨੇ, ਤੇ ਉਹਨਾਂ ਦੀ ਅੱਖਾਂ ਨੂੰ ਤੇ ਉਸਦੀਆਂ ਅੱਖਾਂ ਨੂੰ ਪੁੰਨੂ ਦੇ ਪਿਆਰ ਨੂੰ ਮਾਣਨ ਲਈ ਖੁਸ਼ੀ ਦੇ ਵਿੱਚ ਗੜੂੰਦ ਦੇ ਕੇ ਉਹ ਚੁੱਪ ਚਵੀਤੇ ਜਿਹੜੇ ਕਿ ਚਲੇ ਗਏ ਨੇ। ਪਤਾ ਨਹੀਂ ਖੁਦਾ ਦਾ ਕੀ ਕਹਿਰ ਵਾਪਰਿਆ, ਤੇ ਉਹਨੂੰ ਉਹਨਾਂ ਦੇ ਤੁਰਨ ਦੀ ਤੇ ਉਹਨਾਂ ਦੇ ਗਲ ਪਈਆਂ ਟੱਲੀਆਂ ਦੀ ਜਿਹੜੀ ਆਵਾਜ਼ ਵੀ ਸੁਣਾਈ ਨਹੀਂ ਦਿੱਤੀ, ਤੇ ਉਸਨੇ ਪੁੰਨੂ ਨਾਲ ਪਿਆਰ ਪਾਉਂਦਿਆਂ ਜਵਾਨੀ ਦੇ ਲੱਖਾਂ 'ਚ ਪਿਆਲਾ ਦੇ ਕੇ ਉਹਨਾਂ ਦੇ ਜਵਾਨ ਮਨ ਦੇ ਭਾਵਾਂ ਦੇ ਜਿਹੜੇ ਕਿ ਸੁਪਨੇ ਦੇ ਵਿੱਚ ਘੋਲ ਦੇ ਸ਼ੌਂਕ ਦਾ ਇੱਕ ਪਿਆਲਾ ਭਰਿਆ ਸੀ, ਪਰੰਤੂ ਜਦੋਂ ਉਹਨੂੰ ਪੀਣ ਲੱਗੀ ਤਾਂ ਉਹ ਉੱਥੋਂ ਚਲਾ ਗਿਆ, ਠੀਕ ਹੈ, ਪੀਣਾ ਸੀ ਉੱਥੋਂ ਚਲਾ ਗਿਆ। ਤੇ ਹੁਣ ਵਿਜੋਗ ਦੀ ਮਾਰੀ ਉਹ ਚਾਹੁੰਦੀ ਹੈ ਕਿ ਉਸਦੇ ਜੀਵਨ ਦਾ ਪਿਆਲਾ ਹੀ ਟੁੱਟ ਜਾਵੇ, ਭਾਵ ਕਿ ਉਹਦੀ ਮੌਤ ਹੋ ਜਾਵੇ। ਅੱਗੇ ਹੈ, ਹੇ ਛਾਇਆ ਦੇ ਪੂਜਕ ਨੈਣੋ, ਆਕੀ ਹਾਂ ਇਸ ਹਾਸੇ ਸਹਿਣੋ, ਕੌਣ ਸਿਤਾਰੇ ਤੋੜ ਕੇ ਜਾਏ, ਉਸ ਪੁੰਨੂ ਨੂੰ ਮੋੜ ਲਿਆਏ ਨੀ ਕਿਰਨੋ, ਕੁਝ ਤੇਜ ਵਿਖਾਓ, ਆਸ ਨਿਰਾਸ਼ਾ ਫੂਕ ਮੰਗਾਓ, ਅਸੱਸੀ ਪ੍ਰੀਤ ਨਾ ਉਸਨੂੰ ਭਾਈ, ਸੁੱਤੀ ਦੇਖ ਹੋ ਗਿਆ ਰਾਹੀ, ਮਿਟ ਜਾ ਹੁਣ ਮਿੱਟੀ ਦੇ ਛਾਲੇ, ਲੰਘ ਗਏ ਹਨ ਊਠਾਂ ਵਾਲੇ। ਹਾਂਜੀ, ਇਹਦੇ ਵਿੱਚ ਪੁੰਨੂ ਦੇ ਵਿਜੋਗ ਦੇ ਵਿੱਚ ਮਾਰੀ ਜਿਹੜੀ ਸੱਸੀ ਸੋਚਦੀ ਹੈ ਕਿ ਉਸਦੇ ਨੈਣ ਪਰਛਾਵਿਆਂ ਨੂੰ ਪੂਜ ਰਹੇ ਹਨ, ਤੇ ਉਹ ਜੋ ਹਕੀਕਤ ਨਹੀਂ ਹੈਗੀ, ਤੇ ਉਹ ਉਹਨਾਂ ਦੇ ਅਜਿਹੇ ਮਖੌਲ ਸਹਿਣ ਲਈ ਤਿਆਰ ਨਹੀਂ। ਤਾਂ ਅੱਜ ਪੁੰਨੂ ਨੂੰ ਮੁੜ ਮਿਲਣਾ ਸੌਖਾ ਨਹੀਂ ਹੈਗਾ, ਅਜਿਹਾ ਕੋਈ ਨਹੀਂ ਜੋ ਪੁੰਨੂ ਨੂੰ ਮੋੜ ਕੇ ਲਿਆਵੇ, ਤੇ ਇਹ ਤਾਂ ਸਿਤਾਰੇ ਤੋੜ ਕੇ ਲਿਆਉਣ ਜਿੱਡਾ ਕੰਮ ਹੈ, ਠੀਕ ਹੈ, ਵੀ ਐਡਾ ਔਖਾ ਕੰਮ ਹੈ। ਤੇ ਇਹ ਆਪਣੀ ਸੂਝ ਦੀਆਂ ਕਿਰਨਾਂ ਨੂੰ ਕੁਝ ਤੇਜ਼ ਦਿਖਾਉਣ ਦੀ ਆਖਦੀ ਹੋਈ ਕਹਿੰਦੀ ਹੈ ਕਿ ਉਸ ਨੂੰ ਹਕੀਕਤ ਦਾ ਅਹਿਸਾਸ ਕਰਾ ਕੇ ਉਹਦੇ ਮਨ ਦੇ ਵਿੱਚ ਚੱਲ ਰਹੇ ਆਸ ਤੇ ਨਿਰਾਸ਼ ਦੇ ਘੋਲ ਨੂੰ ਖਤਮ ਕਰ ਦੇਣ ਉਹ, ਤੇ ਉਸ ਨੂੰ ਹੁਣ ਇਹ ਸਮਝਾ ਲੈਣਾ ਚਾਹੀਦਾ ਕਿ ਪੁੰਨੂ ਨੂੰ ਸੱਸੀ ਦੀ ਪ੍ਰੀਤ ਚੰਗੀ ਨਹੀਂ ਲੱਗੀ, ਜਿਸ ਕਰਕੇ ਉਹਨੂੰ ਸੁੱਤੀ ਪਈ ਨੂੰ ਛੱਡ ਕੇ ਜਿਹੜਾ ਕਿ ਚਲਾ ਗਿਆ, ਤੇ ਉਹ ਚਾਹੁੰਦੀ ਹੈ ਕਿ ਉਹਦੇ ਸਰੀਰ ਦੀ ਮਿੱਟੀ ਦੇ ਵਿੱਚ ਪੈਦਾ ਹੋਇਆ ਵਿਰਹਾ ਦਾ ਛਾਲਾ ਹੁਣ ਮਿਟ ਜਾਵੇ, ਕਿਉਂਕਿ ਉਹ ਊਠਾਂ ਵਾਲੇ ਪੁੰਨੂ ਨੂੰ ਲੈ ਕੇ ਚਲੇ ਗਏ ਨੇ, ਤੇ ਹੁਣ ਉਸ ਨੂੰ ਮੁੜ ਕੇ ਨਹੀਂ ਆਉਣਾ। ਹਾਂਜੀ, ਅੱਗੇ ਇਹਦਾ ਹੈਗਾ ਜਿਹੜੇ ਕਿ ਵਿਸ਼ਾ ਵਸਤੂ ਦੇ ਵਿੱਚ ਹੁਣ ਆਪਾਂ ਨੇ ਊਠਾਂ ਵਾਲੇ ਜਿਹੜੇ ਕਿ ਇਹ ਕਵਿਤਾ ਦਾ ਵਿਆਖਿਆ ਕੀਤੀ ਉਹ ਸਾਰੀ ਇਹਦੇ ਵਿੱਚ ਐਡ ਹੋ ਜਾਣੀ ਹੈ, ਠੀਕ ਹੈ। ਵੀ ਜਦੋਂ ਸੱਸੀ ਜਿਹੜੇ ਵਿਛੜ ਜਾਂਦੇ ਪੁੰਨੂ ਤੋਂ, ਤਾਂ ਉਹਦਾ ਮਨ ਦੇ ਵਿੱਚ ਜਿਹੜਾ ਹੂਕ ਦਰਦ ਜਿਹੜਾ ਉਪਜਦਾ ਉਹ ਇਸ ਦੇ ਵਿੱਚ ਪੇਸ਼ ਕੀਤਾ ਗਿਆ, ਵੀ ਉਹਨੂੰ ਚੁੱਪ ਚਵੀਤੇ ਲੈ ਗਏ, ਉਹਨੂੰ ਪਤਾ ਨਹੀਂ ਲੱਗਿਆ, ਠੀਕ ਹੈ, ਉਹ ਕਿੱਥੇ ਦੀ ਸੀ, ਇਹ ਸਾਰੇ ਦੇ ਵਿੱਚ ਵੇਰਵਾ ਦੇ ਦੇਣਾ। ਨੈਕਸਟ ਹੈ, ਹਾਂਜੀ, ਬਾਬਾ ਬਲਵੰਤ ਦੇ ਜਿਹੜੇ ਕਿਹੜੇ ਕਵਿਤਾਵਾਂ ਸੰਗ੍ਰਹਿ ਦੇ ਵਿੱਚ ਦਰਜ ਨੇ, ਊਠਾਂ ਵਾਲੇ ਤੇ ਉਸ ਦਾ ਹਾਰ, ਊਠਾਂ ਵਾਲੇ ਤੇ ਉਸ ਦਾ ਹਾਰ, ਇਹ ਹਰ ਇੱਕ ਕਵਿਤਾ ਦੇ ਤੁਸੀਂ ਰਾਈਟਰ ਦਾ ਯਾਦ ਕਰਨਾ। ਹਾਂਜੀ, ਅੱਗੇ ਹੈ ਉਸ ਦਾ ਹਾਰ, ਰੋਜ਼ ਉਸ ਦਾ ਹਾਰ ਟੁੱਟ ਜਾਇਆ ਕਰੇ, ਮੁਸਕਰਾਉਂਦੀ ਆ ਕੇ ਬਣਾਇਆ ਕਰੇ, ਮੇਰੇ ਪੁੱਛਣ ਤੇ ਕੀ ਟੁੱਟਾ ਕਿਸ ਤਰ੍ਹਾਂ, ਪਾ ਕੇ ਵਲ ਗਰਦਨ ਨੂੰ ਸ਼ਰਮਾਇਆ ਕਰੇ। ਹਾਂਜੀ, ਇਹ ਜਿਹੜੇ ਕਿ ਬਾਬਾ ਬਲਵੰਤ ਦੀ ਲਿਖੀ ਹੋਈ ਕਵਿਤਾ ਉਸ ਦਾ ਹਾਰ, ਠੀਕ ਹੈ। ਇਸ ਕਵਿਤਾ ਵਿੱਚ ਕਵੀ ਨੇ ਆਪਣੀ ਪ੍ਰੇਮਿਕਾ ਦੇ ਨਾਲ ਆਪਣੀ ਮੁਲਾਕਾਤ ਤੇ ਸਮਾਜਿਕ ਬੰਧਨਾਂ ਦੀ ਗੱਲ ਕਰਦਿਆਂ ਉਸਦੀ ਕਲਾ, ਪ੍ਰੇਰਨਾ ਤੇ ਕਰਮਸ਼ੀਲਤਾ ਦੀ ਵੀ ਮੰਗ ਕੀਤੀ ਹੈ, ਠੀਕ ਹੈ। ਇਹਨਾਂ ਸਤਰਾਂ ਵਿੱਚ ਕਵੀ ਆਪਣੀ ਪ੍ਰੇਮਿਕਾ ਦੇ ਸਮਾਜਿਕ ਬੰਧਨਾਂ ਬਾਰੇ ਸੋਚ ਕੇ ਉਹਦੇ ਪ੍ਰੀਤ ਨਿਭਾਉਣ ਦੀਆਂ ਉਮੀਦਾਂ ਦੇ ਹਾਰ ਟੁੱਟਣ ਦੀ ਗੱਲ ਕਰਦਾ। ਕਵੀ ਮੀਨਜ਼ ਇਨ ਸ਼ਾਰਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਸਤਰਾਂ ਦੇ ਵਿੱਚ ਕਵੀ ਜਿਹੜੇ ਕਿ ਆਪਣੀ ਪ੍ਰੇਮਿਕਾ ਦੇ ਸਮਾਜਿਕ ਬੰਧਨਾਂ ਨੂੰ ਬਾਰੇ ਸੋਚ ਕੇ ਉਹਨੂੰ ਐਂ ਲੱਗਦਾ ਜਿਹੜੀ ਉਹਦੇ ਪ੍ਰੀਤ ਨਿਭਾਉਣ ਦੀਆਂ ਜਿਹੜੀਆਂ ਉਮੀਦਾਂ ਨੇ ਉਹਨੂੰ ਉਹ ਟੁੱਟਦੀਆਂ ਲੱਗਦੀਆਂ ਨੇ, ਠੀਕ ਹੈ, ਤੇ ਉਹਨਾਂ ਦੇ ਟੁੱਟਣ ਦੇ ਬਾਰੇ ਜਿਹੜੇ ਕਿ ਉਹ ਦੱਸਦਾ। ਤਾਂ ਕਵੀ ਕਹਿੰਦਾ ਇਹਦੇ ਵਿੱਚ ਕਿ ਸਮਾਜਿਕ ਬੰਧਨਾਂ ਬਾਰੇ ਸੋਚ ਕੇ ਉਹਦੀ ਪ੍ਰੇਮਿਕਾ ਜਿਹੜੇ ਕਿ ਉਸ ਨਾਲ ਪ੍ਰੀਤ ਨਿਭਾਉਣ ਦੀਆਂ ਉਮੀਦਾਂ ਦਾ ਹਾਰ ਰੋਜ਼ ਟੁੱਟ ਜਾਂਦਾ ਸੀ, ਤਾਂ ਮੁਸਕਰਾਉਂਦੀ ਆ ਕੇ ਜਿਹੜੇ ਕਿ ਉਹ ਉਹਨੂੰ ਮੁੜ ਬਣਵਾਉਂਦੀ ਸੀ। ਤਾਂ ਜਦੋਂ ਉਹ ਮੇਰੇ ਪੁੱਛਣ ਤੇ ਟੁੱਟਾ ਕਿਸ ਤਰ੍ਹਾਂ, ਤਾਂ ਕਵੀ ਕਹਿੰਦਾ ਕਿ ਜਦੋਂ ਉਹ ਉਹਨੂੰ ਪੁੱਛਦਾ ਸੀ ਕਿ ਹਾਰ ਕਿਸ ਤਰ੍ਹਾਂ ਟੁੱਟ ਗਿਆ, ਤਾਂ ਉਹ ਗਰਦਨ ਨੂੰ ਵੱਲ ਪਾ ਕੇ ਸ਼ਰਮਾ ਜਾਂਦੀ ਸੀ। ਤੇ ਮੇਰੇ ਸਿਰ ਸਾਇਆ ਕਰਕੇ ਖੁਸ਼ਬੂ ਦੀ ਸਾਖ, ਉਹ ਜੋ ਉਸ ਦੇ ਮੂੰਹ ਤੇ ਲਹਿਰਾਇਆ ਕਰੇ, ਆਉਣ ਤੇ ਪਹਿਲਾਂ ਕਰੇ ਨਾਜ਼ੁਕ ਤੋਂ ਨੀਰ, ਹੋਰ ਵੀ ਨੈਣਾਂ ਨੂੰ ਸ਼ਰਮਾਇਆ ਕਰੇ, ਜੀ ਜਰਾ ਜੋੜੋ ਇਹ ਟੁੱਟਦਾ ਏ ਪਿਆ, ਮੱਧ ਭਰੇ ਬੋਲਾਂ ਤੋਂ ਨਸ਼ਿਆਇਆ ਕਰੇ, ਰੋਜ਼ ਉਸ ਦਾ ਹਾਰ ਟੁੱਟ ਜਾਇਆ ਕਰੇ। ਤਾਂ ਕਵੀ ਕਹਿੰਦਾ ਹੈ
ਕਿ ਉਸਦੇ ਮੂੰਹ ਦੇ ਉੱਪਰ ਮੁਸਕਰਾਹਟ ਦੀ ਜਿਹੜੀ ਲਹਿਰਾਉਂਦੀ ਹੋਈ ਸ਼ਾਖ ਕਵੀ ਦੇ ਸਿਰ ਉੱਪਰ ਜਿਹੜੀ ਕਿ ਛਾਂ ਕਰ ਦਿੰਦੀ ਹੈ, ਤਾਂ ਉਹ ਆਉਣ ਤੋਂ ਪਹਿਲਾਂ ਹੀ ਆਪਣੀ ਅੱਖਾਂ ਰੂਪੀ ਭੱਥਿਆਂ ਦੇ ਵਿੱਚ ਭਰੇ ਤੀਰਾਂ ਨੂੰ ਜਿਹੜੇ ਕਿ ਸੁਰਮੇ ਦੇ ਨਾਲ ਹੋਰ ਤਿੱਖਾ ਕਰਕੇ ਲਿਆਉਂਦੀ ਹੈ, ਤੇ ਉਹ ਆਪਣੀ ਸ਼ਹਿਦ ਭਰੇ ਬੋਲਾਂ ਦੇ ਨਾਲ ਨਸ਼ਾ ਦਿੰਦੀ ਹੋਈ ਕਹਿੰਦੀ ਹੈ ਕਿ ਉਹ ਸਮਾਜਿਕ ਬੰਧਨਾਂ ਦੀ ਸੋਚ ਦੇ ਕਾਰਨ ਉਹਦਾ ਟੁੱਟਿਆ ਹੋਇਆ ਜਿਹੜੇ ਕਿ ਹਾਰ ਉਮੀਦਾਂ ਦਾ ਹਾਰ ਜੋੜ ਦੇਵੇ। ਅੱਗੇ ਹੈ ਮਖਮਲੀ ਅੰਗਾਂ ਦੀ ਸ਼ੋਅ ਨਵਨੀਤ ਕਰ ਮੇਰੀਆਂ। ਨਵਨੀਤ ਹੁੰਦਾ ਮੱਖਣ ਵਰਗੇ ਕੂਲੇ ਹੱਥ, ਠੀਕ ਹੈ। ਮੇਰੇ ਹੱਥਾਂ ਦੇ ਆਸ ਆਇਆ ਕਰੇ, ਰੇਸ਼ਮੀ ਕਾਇਆ ਦੀ ਉਜੜੀ ਸਿਫਤ ਸੁਣ ਕੇ ਧਰਤ ਭੂਸ਼ਣ ਵੱਲ ਤੇ ਵੱਲ ਖਾਇਆ ਕਰੇ। ਹਾਂਜੀ, ਭੂਸ਼ਣ ਕੀ ਹੁੰਦਾ? ਇਹ ਹੁੰਦੇ ਨੇ ਧਰਤੀ ਦਾ ਸ਼ਿੰਗਾਰ, ਧਰਤ ਭੂਸ਼ਣ, ਠੀਕ ਹੈ। ਪੁਸ਼ਪ ਹੋ ਗਿਆ ਫੁੱਲ। ਕਾਇਆ ਆ ਕੇ ਸਮਝਾਇਆ ਕਰੇ, ਮਧੁਰ ਸੁਰ ਦੇ ਵਿੱਚ ਜੋ ਰੋ ਕਦੀ ਵੰਦਸ਼ਾ ਰੋਣ, ਆਪ ਤੜਪੇ ਮੈਨੂੰ ਤੜਪਾਇਆ ਕਰੇ। ਇੱਕ ਜੁੜੇ ਤੋੜੇ ਲੜੀ ਉਹ ਦੂਸਰੀ, ਰੋਜ਼ ਉਸਦਾ ਹਾਰ ਟੁੱਟ ਜਾਇਆ ਕਰੇ, ਮੁਸਕਰਾਉਂਦੀ ਆ ਕੇ ਬਣਵਾਇਆ ਕਰੇ। ਤਾਂ ਕਵੀ ਕਹਿੰਦਾ ਕਿ ਸਮਾਜਿਕ ਬੰਧਨਾਂ ਦੇ ਵਿੱਚ ਬਾਰੇ ਸੋਚਦੀ ਉਹਦੀ ਪ੍ਰੇਮਿਕਾ ਜਦੋਂ ਉਸ ਤੋਂ ਪ੍ਰੀਤ ਨਿਭਾਉਣ ਸੰਬੰਧੀ ਉਹਦਾ ਹਾਰ ਰੋਜ਼ ਟੁੱਟ ਜਾਂਦਾ ਸੀ, ਤਾਂ ਉਹ ਮੁਸਕਰਾਉਂਦੀ ਹੋ ਕੇ ਆ ਕੇ ਉਹਨੂੰ ਕਹਿੰਦੀ ਸੀ ਕਿ ਉਹਨੂੰ ਜੋੜ ਦੇਵੇ। ਤਾਂ ਕਵੀ ਕਹਿੰਦਾ ਕਿ ਇਸ ਸਮੇਂ ਉਹਦੇ ਮਖਮਲੀ ਅੰਗਾਂ ਤੇ ਮੱਖਣ ਵਰਗੇ ਕੂਲੇ ਹੱਥ ਉਹਦੇ ਹੱਥਾਂ ਨੂੰ ਜਿਹੜੇ ਕਿ ਆਨੰਦ ਨਾਲ ਭਰਪੂਰ ਕਰਦੇ ਨੇ, ਤਾਂ ਉਹ ਆਪਣੇ ਰੇਸ਼ਮ ਵਰਗੇ ਸਰੀਰ ਦੀ ਸਿਫਤ ਸੁਣ ਕੇ ਜਿਹੜੇ ਕਿ ਸ਼ਰਮਾ ਜਾਂਦੀ ਸੀ, ਤੇ ਉਹ ਫੁੱਲਾਂ ਵਰਗੇ ਸਰੀਰ ਦੀ ਮਾਲਕ ਇਹ ਕਹਿੰਦੀ ਸੀ ਕਿ ਉਹਦੇ ਰੂਪ ਦਾ ਮਜ਼ਾ ਲੈਣ ਦੀ ਗੱਲ ਛੱਡੇ, ਤੇ ਉਹ ਮਿੱਠੀ ਆਵਾਜ਼ ਦੇ ਵਿੱਚ ਸਮਾਜਿਕ ਬੰਧਨਾਂ ਦਾ ਰੋਣਾ ਰੋਕ ਕੇ ਆਪ ਤੜਫਦੀ ਸੀ ਤੇ ਉਹਨੂੰ ਵੀ ਤੜਫਾਉਂਦੀ ਸੀ। ਤੇ ਜੇ ਉਹ ਉਸਦੇ ਤੌਖਲਿਆਂ ਦਾ ਹੱਲ ਦੱਸ ਕੇ ਉਹਦੇ ਉਮੀਦਾਂ ਦਾ ਹਾਰ ਦੀ ਇੱਕ ਲੜੀ ਜੋੜ ਦਿੰਦਾ ਸੀ, ਭਾਵ ਕਿ ਉਹਨੂੰ ਅੱਗੇ ਤੋਂ ਹੌਸਲਾ ਦੇ ਕੇ ਉਹਦੇ ਉਮੀਦਾਂ ਦਾ ਜਿਹੜਾ ਹਾਰ ਟੁੱਟ ਜਾਂਦਾ ਸੀ ਉਹਨੂੰ ਇੱਕ ਦੁਬਾਰਾ ਫਿਰ ਤੋਂ ਜੋੜ ਦਿੰਦਾ ਸੀ, ਤਾਂ ਉਹ ਕਿਸੇ ਹੋਰ ਸਮਾਜਿਕ ਸਮੱਸਿਆ ਨੂੰ ਆਪਣੀ ਪ੍ਰੀਤ ਦੇ ਰਾਹ ਦੇ ਵਿੱਚ ਰੁਕਾਵਟ ਬਣਦੀ ਹੋਈ ਦੱਸ ਕੇ ਫਿਰ ਦੂਜੀ ਲੜੀ ਤੋੜ ਲੈਂਦੀ ਸੀ। ਭਾਵ ਕਿ ਇਹਦੇ ਵਿੱਚ ਅਸਲ ਦੇ ਵਿੱਚ ਜਿਹੜੇ ਕਿ ਵੀ ਕੀ ਸਮਾਜਿਕ ਬੰਧਨ ਹੁੰਦੇ ਨੇ ਉਹਨਾਂ ਬਾਰੇ ਇਹ ਵੇਰਵਾ ਦੇ ਵਿੱਚ ਦਿੱਤਾ ਹੋਇਆ। ਤਾਂ ਇਸ ਤਰ੍ਹਾਂ ਉਹ ਹਰ ਰੋਜ਼ ਜਿਹੜੇ ਕਿ ਆਪਣਾ ਹਾਰ ਤੋੜ ਲੈਂਦੀ ਸੀ, ਭਾਵ ਕਿ ਜਿਹੜੀ ਉਹਨੂੰ ਉਮੀਦ ਲੱਗਦੀ ਸੀ ਉਹਨਾਂ ਦੇ ਇਕੱਠੇ ਹੋਣ ਦੀ, ਬਟ ਫਿਰ ਉਹਨੂੰ ਸਮਾਜਿਕ ਬੰਧਨਾਂ ਦੇ ਕਰਕੇ ਜਿਹੜੀ ਕਿ ਉਹ ਉਮੀਦ ਟੁੱਟ ਜਾਂਦੀ ਸੀ। ਜੇ ਕਲਾ ਦੇ ਰਾਹ ਦੀ ਲੋ ਬਣ ਜਾਵੇ ਉਹ, ਮੇਰਾ ਮਨ ਕਿਉਂ ਠੋਕਰਾਂ ਖਾਇਆ ਕਰੇ। ਕੋਈ ਸੁੰਦਰਤਾ ਤੋਂ ਲੱਭਦਾ ਏ ਕਮਾਲ, ਕੋਈ ਕਹਿੰਦਾ ਏ ਸਮਾਂ ਜਾਇਆ ਕਰੇ। ਹੇ ਮੁਹੱਬਤ ਤੇਰੀ ਮਨਸ਼ਾ ਦੀ ਬਹਾਰ। ਤਾਂ ਕਵੀ ਕਹਿੰਦਾ ਹੈ ਕਿ ਜੇਕਰ ਉਹਦੀ ਇਸ ਮੁਹੱਬਤ ਦੀ ਕਲਾ ਦੇ ਰਾਹ ਦੀ ਰੌਸ਼ਨੀ ਬਣ ਜਾਵੇ ਤਾਂ ਉਹਦਾ ਮਨ ਟਿਕਿਆ ਉਹਦੇ ਵਿੱਚ ਆ ਜਾਵੇ। ਕੋਈ ਤਾਂ ਪ੍ਰੇਮਿਕਾ ਦੀ ਸੁੰਦਰਤਾ ਦੇ ਵਿੱਚ ਕੋਈ ਕਮਾਲ ਲੱਭਦਾ, ਤੇ ਕੋਈ ਕਹਿੰਦਾ ਕਿ ਉਹ ਇੱਕ ਸਮਾਂ ਜਾਇਆ ਕਰੇ। ਤੇ ਪਰ ਮੁਹੱਬਤ ਜੋ ਕੁਝ ਚਾਹੁੰਦੀ ਹੈ ਉਹ ਮਨੁੱਖ ਨੂੰ ਉਸ ਅਸੰਭਵ ਨੂੰ ਹਿੰਮਤ ਪ੍ਰਾਪਤ ਕਰਨ ਦੇ ਰਸਤੇ ਉੱਪਰ ਤੋਰ ਦਿੰਦੀ ਹੈ। ਅਗਲੇ ਸਤਰਾਂ ਦੇ ਵਿੱਚ ਹਿੰਮਤ ਤਲੀਆਂ ਤੇ ਉੱਗ ਆਇਆ ਕਰੇ, ਇਸ ਉਸਾਰੀ ਦੀ ਲਗਨ ਜੀਵਨ ਦਾ ਚਾਅ ਮੇਲ ਉਸਦਾ ਅਮਲ ਗਰਮਾਇਆ ਕਰੇ, ਰੋਜ਼ ਉਸਦਾ ਹਾਰ ਟੁੱਟ ਜਾਇਆ ਕਰੇ। ਤਾਂ ਕਵੀ ਕਹਿੰਦਾ ਹੈ ਕਿ ਇਸੇ ਕਰਕੇ ਉਹਦੀ ਪ੍ਰੇਮਿਕਾ ਦਾ ਜਿਹੜੇ ਕਿ ਮੇਲ ਉਹਦੇ ਮਨ ਦੇ ਵਿੱਚ ਸਮਾਜ ਦੀ ਨਵ ਉਸਾਰੀ ਦੀ ਇੱਕ ਲਗਨ ਜੀਵਨ ਜਿਉਣ ਦਾ ਚਾਅ ਤੇ ਕਰਮਸ਼ੀਲਤਾ ਪੈਦਾ ਕਰਦਾ, ਤੇ ਰੋਜ਼ ਉਸਦਾ ਹਾਰ ਟੁੱਟ ਜਾਇਆ ਕਰੇ। ਤੇ ਉਹ ਤੋਂ ਬਾਅਦ ਉਸਦਾ ਹਾਰ ਜਿਹੜੇ ਕਿ ਕਵਿਤਾ ਦਾ ਵਿਸ਼ਾ ਵਸਤੂ, ਹੁਣ ਜਿੰਨੀ ਆਪਾਂ ਨੇ ਇਸ ਜਿਹੜੀ ਪ੍ਰਸੰਗ ਸਾਹਿਤ ਵਿਆਖਿਆ ਦੀਆਂ ਤਿੰਨ ਨੇ, ਠੀਕ ਹੈ, ਤਿੰਨੇ ਪ੍ਰਸੰਗ ਸਾਹਿਤ ਵਿਆਖਿਆ ਦੇ ਵਿੱਚ ਇਕੱਠੀਆਂ ਕਰ ਦੇਣੀਆਂ ਨੇ ਵਿਸ਼ਾ ਵਸਤੂ ਦੇ ਵਿੱਚ। ਵਿਸ਼ਾ ਵਸਤੂ ਦੇ ਵਿੱਚ ਭਾਵ ਕਿ ਕਵਿਤਾ ਦੇ ਵਿੱਚ ਕੀ ਕਿਹਾ ਹੋਇਆ ਉਹਨੂੰ ਸਾਰੇ ਨੂੰ ਤੁਸੀਂ ਪੈਰੇ ਦੇ ਵਿੱਚ ਲਿਖ ਦੇਣਾ, ਠੀਕ ਹੈ। ਤੇ ਜਿਨ੍ਹਾਂ ਦਾ ਤੁਹਾਨੂੰ ਵਿਸ਼ਾ ਵਸਤੂ ਆਉਂਦਾ ਉਹਦੀ ਤੁਸੀਂ ਪ੍ਰਸੰਗ ਸਾਹਿਤ ਵਿਆਖਿਆ 'ਚ ਐਡ ਕਰ ਦੇਣਾ ਲਾਈਨਾਂ। ਅੰਮ੍ਰਿਤਾ ਪ੍ਰੀਤਮ ਦਾ ਜਿਹੜਾ ਕਿ ਜਨਮ ਤੇ ਦੇਹਾਂਤ ਯਾਦ ਰੱਖਣਾ, ਤੇ ਇਹਦੇ ਕਾਵਿ ਸੰਗ੍ਰਹਿ ਵੀ ਕਈ ਵਾਰ ਪੁੱਛੇ ਲਏ ਜਾਂਦੇ ਨੇ ਤੁਹਾਨੂੰ। ਤੇ ਇਹਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ, ਜਿਹੜਾ ਕਿ ਉਹ ਮਿਲਿਆ ਸੀ ਜਿਹੜੇ ਕਿ ਸੁਨੇੜੇ ਕਾਵਿ ਸੰਗ੍ਰਹਿ ਦੇ ਲਈ, ਤੇ ਗਿਆਨਪੀਠ ਅਵਾਰਡ ਵੀ ਜਿਹੜੇ ਕਿ ਮਿਲਿਆ ਹੋਇਆ। ਤੇ ਇੱਕ ਇਹ ਵੀ ਕੁਐਸਚਨ ਪੁੱਛ ਲਿਆ ਜਾਂਦਾ ਹੁੰਦਾ ਵੀ ਤੁਹਾਡੇ ਆਧੁਨਿਕ ਪੰਜਾਬੀ ਕਾਵਿ ਦੇ ਵਿੱਚ ਕਿਹੜੇ ਇਸਤਰੀ ਜਿਹੜੇ ਕਿ ਕਵਿਤਰੀਆਂ ਦੀ ਜਿਹੜੇ ਕਿ ਕਵਿਤਾਵਾਂ ਦਰਜ ਨੇ, ਉਹ ਵੀ ਯਾਦ ਕਰ ਲੈਣੀਆਂ ਨੇ। ਹਾਂਜੀ, ਲੋਕ ਪੀੜ ਇਹਦੇ ਵਿੱਚ ਹੈ ਤਰਾਟ ਅੱਜ ਨੈਣ ਸਮੇਂ ਦੇ, ਚੀਲੂ ਉਹਦੇ ਪੈਰ, ਦੇਸ਼ ਦਾ ਕੌਮ ਦਾ, ਮਨੁੱਖ ਦਾ ਵੈਰ। ਤਾਂ ਤਰਾੜ ਭਾਵ ਕਿ ਤੇਜ਼ ਦਰਦਾਂ ਦਾ ਉੱਠਣਾ, ਚੀਲੂ ਬਹੁਤ ਸੜਨ ਦਾ ਅਹਿਸਾਸ ਹੋਣਾ। ਤਾਂ ਇਸ ਦੇ ਵਿੱਚ ਜਿਹੜੇ ਕਿ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਕਵਿਤਾ ਲੋਕ ਪੀੜ ਦੇ ਵਿੱਚੋਂ ਲਿਆ ਗਿਆ ਇਹ ਕਾਵਿ ਟੁੱਟਾ। ਇਸ ਦੇ ਵਿੱਚ ਕਵਿਤਰੀ ਨੇ ਬੜੇ ਹੀ ਸੰਕੇਤਕ ਢੰਗ ਦੇ ਨਾਲ ਦੁਨੀਆ ਦੇ ਵੈਰ ਵਿਰੋਧ, ਖੂਨ ਖਰਾਬੇ, ਲੁੱਟ ਖਸੁੱਟ, ਜ਼ਬਰ ਜ਼ੁਲਮ, ਨੰਗ ਭੁੱਖ, ਠੀਕ ਹੈ, ਤੇ ਬੇਇਨਸਾਫੀ ਭਰੇ ਵਤੀਰੇ ਦੇ ਵਿੱਚ ਜਿਹੜੀ ਪੀੜ ਉਪਜਦੀ ਆ ਉਹਦਾ ਬਿਆਨ ਕੀਤਾ। ਤਾਂ ਇਹਦੇ ਵਿੱਚ ਕਵਿਤਰੀ ਕਹਿੰਦੀ ਹੈ ਕਿ ਅੱਜ ਦੁਨੀਆ ਦੇ ਧੱਕੇਸ਼ਾਹੀ ਤੇ ਬੇਇਨਸਾਫੀ ਭਰੇ ਵਰਤਾਓ ਦੇ ਕਰਕੇ ਸਮੇਂ ਦੇ ਨੈਣਾਂ ਦੇ ਵਿੱਚ ਤਰਾਟਾਂ ਪੈ ਰਹੀਆਂ ਨੇ, ਤੇ ਉਹਦੇ ਸੜਦੇ ਪੈਰ ਚੀਲੂ ਕਰ ਰਹੇ ਨੇ। ਤੇ ਅੱਜ ਦੁਨੀਆ ਵਿੱਚ ਦੇਸ਼ ਦਾ ਦੇਸ਼ ਦੇ ਨਾਲ, ਠੀਕ ਹੈ, ਤੇ
ਕੌਮ ਦਾ ਕੌਮ ਦੇ ਨਾਲ, ਮਨੁੱਖ ਦਾ ਮਨੁੱਖ ਨਾਲ ਬੈਰ ਪਿਆ ਹੋਇਆ। ਅੱਗੇ ਹੈ ਗੀਤਾਂ ਦੀ ਧਰਤੀ, ਪੀੜ ਪੀੜ ਸੰਗੀਤ ਦਾ ਘਰ, ਕੁਰਲਾਹਟ, ਸ਼ੀਸ਼ ਮਹਿਲ ਦੇ ਰਾਜ ਮਹਿਲ 'ਚੋਂ ਮੌਤ ਕਦਮ ਦੀ ਆਹਟ। ਹਾਂਜੀ, ਇਹਦੇ ਵਿੱਚ ਵੀ ਸਾਡੇ ਦੇਸ਼ ਦੇ ਵਿੱਚ ਗੀਤਾਂ ਤੇ ਸੰਗੀਤਾਂ ਦੀ ਧਰਤੀ ਬੰਗਾਲ ਪੂਰੀ ਤਰ੍ਹਾਂ ਪੀੜਤ ਹੈ, ਅਤੇ ਉੱਥੇ ਜਿਹੜੇ ਕਿ ਕੁਰਲਾਹਟ ਮਚਿਆ ਹੋਇਆ, ਅਤੇ ਸ਼ੀਸ਼ ਮਹਿਲ ਅਖਵਾਉਂਦੇ ਸ਼ਹਿਰ ਪੈਰਿਸ ਤੇ ਰਾਜ ਮਹਿਲ ਅਖਵਾਉਂਦੇ ਲੰਡਨ ਦੇ ਵਿੱਚ ਮੌਤ ਦੀਆਂ ਖਬਰਾਂ ਆ ਰਹੀਆਂ ਨੇ। ਨੈਕਸਟ ਹੈ ਸ਼ੀਸ਼ ਮਹਿਲ ਪੈਰਿਸ ਹੋ ਗਿਆ ਤੇ ਰਾਜ ਮਹਿਲ ਲੰਡਨ। ਲੋਕ ਰਾਜ ਦੀ ਧਰਤੀ ਉੱਤੇ ਖੂਨ ਖੂਨ ਅੱਜ ਖੂਨ, ਕਬਜ਼ਾ 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 ਹੋਇਆ ਜਨੂਨ। ਹਾਂਜੀ, ਜਨੂਨ ਹੁੰਦਾ ਪਾਗਲਪਨ। ਤੇ ਕਵਿੱਤਰੀ ਕਹਿੰਦੇ ਕਿ ਅੱਜ ਲੋਕ ਰਾਜ ਦੀ ਧਰਤੀ ਅਖਵਾਉਣ ਵਾਲੇ ਰੂਸ ਦੇ ਵਿੱਚ ਥਾਂ ਥਾਂ ਖੂਨ ਵਗ ਰਿਹਾ, ਤੇ ਅੱਜ ਕੱਲ੍ਹ ਹਰ ਪਾਸੇ ਇੱਕ ਦੂਜੇ ਦੀ ਧਰਤੀ ਦਾ ਪੂੰਜੀ ਉੱਤੇ ਕਬਜ਼ਾ ਕਰਨ ਦਾ ਜਨੂਨ ਪਿਆ ਹੋਇਆ। ਨੈਕਸਟ ਹੈ ਕਿ ਮਹਾਭਾਰਤ ਜਿੰਨਾ ਮਹਾਭਾਰਤ, ਜਿੱਥੇ ਰੋਜ਼ ਰੋਜ਼ ਅੱਜ ਰੋਜ਼, ਤੇ ਜਿੱਥੇ ਰੋਟੀ ਬਣੀ ਸਵਾਲ ਕੀ ਆਖੇ, ਉੱਥੇ ਇਸ਼ਕ ਦਰਦ ਤੇ ਸੋਚ। ਹਾਂਜੀ, ਕਵਿੱਤਰੀ ਕਹਿੰਦੇ ਕਿ ਅੱਜ ਦੁਨੀਆ ਵਿੱਚ ਹਰ ਥਾਂ ਹਰ ਰੋਜ਼ ਮਹਾਭਾਰਤ ਜਿੱਡੇ ਮਹਾਭਾਰਤ ਹੋ ਰਹੇ ਨੇ, ਤੇ ਦੇਸ਼ ਦੇ ਵਿੱਚ ਰੋਟੀ ਦਾ ਸਵਾਲ ਹੀ ਨਹੀਂ ਹੱਲ ਹੋਇਆ, ਤੇ ਐਵੇਂ ਲੋਕਾਂ ਵਿੱਚ ਭੁੱਖ ਵਰਤੀ ਹੋਈ ਹੈ, ਤੇ ਉੱਥੇ ਇਸ਼ਕ ਦਰਦ ਤੇ ਸੋਚ ਦਾ ਕੁਝ ਨਾ ਕੁਝ ਕਰ ਸਕਦੇ ਨੇ, ਤੇ ਨਾ ਹੀ ਉਹਨਾਂ ਦੀ ਪੁੱਛ ਹੈ। ਅੱਗੇ ਹੈ ਬੁਲਬੁਲ ਨੇ ਅੱਜ ਨਗਮੇ ਗਾਣੂ, ਕਰ ਦਿੱਤਾ ਇਨਕਾਰ, ਭਿੱਜੇ ਪਲਕ ਅੱਜ ਹੁਸਨ ਦੇ, ਤੇ ਜੰਗ ਦੀ ਬਲੀ ਪਿਆਰ। ਬਲੀ ਪਿਆਰ। ਹਾਂਜੀ, ਇਹਦੇ ਵਿੱਚ ਅੱਜ ਸੰਸਾਰ ਦੇ ਵਿੱਚ ਲੜਾਈ ਝਗੜੇ ਤੇ ਵੈਰ ਵਿਰੋਧ ਵਾਲਾ ਵਰਤਾਰਾ ਦੇਖ ਕੇ ਬੁਲਬੁਲ ਨੇ ਜਿਹੜੇ ਕਿ ਨਗਮਾ ਗਾਉਣ ਤੋਂ ਇਨਕਾਰ ਕਰ ਦਿੱਤਾ, ਤੇ ਅੱਜ ਇੱਥੇ ਹਫਸੀਆਂ ਤੇ ਜ਼ਬਰ ਦਾ ਸ਼ਿਕਾਰ ਹੋਏ ਹੁਸਨ ਦੀਆਂ ਅੱਖਾਂ ਭਿੱਜੀਆਂ ਹੋਈਆਂ ਦੇ, ਤੇ ਪਿਆਰ ਜੰਗ ਦੀ ਜਿਹੜੀ ਕਿ ਬਲੀ ਚੜ ਗਿਆ। ਹਾਂਜੀ, ਅੱਗੇ ਲੋਕ ਪੀੜ ਦਾ ਵਿਸ਼ਾ ਵਸਤੂ ਹੁਣ ਆਪਾਂ ਨੇ ਕੀਤਾ ਹੀ ਹੈ, ਤੁਸੀਂ ਇਹ ਸਾਰਾ ਜਿਹੜੇ ਕਿ ਯਾਦ ਕਰ ਲੈਣਾ, ਇੱਕ ਵਾਰ ਰੀਡ ਕਰ ਲੈਣਾ, ਬਾਕੀ ਇਹਦੇ ਵਿੱਚੋਂ ਹੀ ਸਾਰਾ ਬਣ ਜਾਂਦਾ ਹੁੰਦਾ। ਜਿਹੜੀ ਆਪਾਂ ਨੇ ਪ੍ਰਸੰਗ ਸਾਹਿਤ ਵਿਆਖਿਆ ਉਹ ਸਾਰੀ ਇਹਦੇ ਵਿੱਚ ਐਡ ਹੋ ਜੂਗੀ। ਤੇ ਪ੍ਰਾਈਵੇਟਾਂ ਲਈ ਇਹ 10 ਮਾਰਕਸ ਦਾ, ਤੇ ਰੈਗੂਲਰ ਲਈ ਇਹ 8 ਮਾਰਕਸ ਦਾ, ਸੋ ਇਹਨੂੰ ਇਗਨੋਰ ਨਹੀਂ ਕਰਨਾ ਹੈਗਾ। ਨੈਕਸਟ ਦੇਖਦੇ ਅੱਗੇ। ਹਾਂਜੀ, ਅੰਮ੍ਰਿਤਾ ਪ੍ਰੀਤਮ ਦੇ ਕਿਹੜੇ ਕਿਹੜੇ ਕਾਵ ਸੰਗ੍ਰਹਿ ਤੁਹਾਡੇ ਪੁਸਤਕ ਦੇ ਵਿੱਚ ਦਰਜ ਨੇ? ਕਵਿਤਾਵਾਂ ਲੋਕ ਪੀੜ ਤੇ ਕਿੱਕਰਾਂ ਵੇ ਕੰਡਿਆਲਿਆ। ਲੋਕ ਪੀੜ ਤੇ ਕਿੱਕਰਾਂ ਵੇ ਕੰਡਿਆਲਿਆ। ਹਾਂਜੀ, ਕਿੱਕਰਾਂ ਵੇ ਕੰਡਿਆਲੇ ਉੱਤੋਂ ਚੜ੍ਹਿਆ ਚੇਤ, ਜਾਗ ਪਈਆਂ ਅੱਜ ਪੈਲੀਆਂ, ਜਾਗ ਪਏ ਅੱਜ ਖੇਤ। ਹਾਂਜੀ, ਇਹ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਕਵਿਤਾ ਕਿੱਕਰਾਂ ਵੇ ਕੰਡਿਆਲੇ ਦੇ ਵਿੱਚ। ਇਸ ਕਵਿਤਾ ਵਿੱਚ ਕਵਿੱਤਰੀ ਨੇ ਜਾਗਰਿਤ ਹੋਈ ਮਜ਼ਦੂਰ ਕਿਸਾਨ ਜਮਾਤ ਦੇ ਤੇ ਢਹਿ ਢੇਰੀ ਹੋ ਰਹੇ ਜਗੀਰਦਾਰੀ ਸਮਾਜ ਦਾ, ਜਿਹੜੇ ਕਿ ਸਰਮਾਏਦਾਰੀ ਦਾ ਜਿਹੜੇ ਕਿ ਜ਼ਿਕਰ ਕੀਤਾ, ਤੇ ਇਹਨਾਂ ਸਤਰਾਂ ਦੇ ਵਿੱਚ ਕਵੀ ਕਿਸਾਨਾਂ ਦੇ ਜਾਗਰਿਤ ਤੇ ਢਹਿ ਢੇਰੀ ਹੋ ਰਹੇ ਸਾਮਰਾਜ ਦਾ ਜ਼ਿਕਰ ਕਰਦੀ ਆ। ਤਾਂ ਇਹਦੇ ਵਿੱਚ ਕਵਿੱਤਰੀ ਕਹਿੰਦੀ ਹੈ ਕਿੱਕਰਾਂ ਵੇ ਕੰਡਿਆਲਿਆ, ਚੜ੍ਹਿਆ ਅੱਜ ਵਿਸਾਖ, ਸਾਮਰਾਜ ਦੇ ਮੂੰਹ ਤੇ ਉੱਡ ਪੈਂਦੀ ਰਾਖ। ਠੀਕ ਹੈ, ਰਾਖ ਕੀ ਹੋ ਗਿਆ? ਇਹਦੇ ਵਿੱਚ ਸਵਾਹ। ਠੀਕ ਹੈ, ਸਾਮਰਾਜ ਹੋ ਗਿਆ ਦੂਜੇ ਦੇਸ਼ ਨੂੰ ਗੁਲਾਮ ਕਰਨ ਵਾਲੀ ਹਕੂਮਤ, ਉਹਨੂੰ ਕਿਹਾ ਜਾਂਦਾ ਸਾਮਰਾਜ। ਤੇ ਅੱਗੇ ਹੈ ਕਿੱਕਰਾਂ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਜੇਠ, ਉਸਲ ਵੱਟੇ ਭੰਨ ਦੀ ਧਰਤੀ ਤੇਰੇ ਹੇਠ। ਕਿੱਕਰਾਂ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਹਾੜ, ਕਿੰਨਾ ਕੁ ਚਿਰ ਹੰਢਦੀ ਕੱਖ ਕਾਣ ਦੀ ਆੜ। ਆੜ ਕੀ ਹੁੰਦਾ? ਟੇਕ। ਠੀਕ ਹੈ, ਇਹਦੇ ਵਿੱਚ ਕਵਿੱਤਰੀ ਕਹਿੰਦੀ ਹੈ ਕਿ ਕੰਡਿਆਲਿਆ ਕਿੱਕਰਾਂ, ਚੇਤ ਦਾ ਮਹੀਨਾ ਆ ਗਿਆ, ਤੇ ਅੱਜ ਖੇਤਾਂ ਦੇ ਵਿੱਚ ਪੈਲੀਆਂ ਦੇ ਵਿੱਚ ਜਾਗਰਤੀ ਆ ਗਈ ਹੈ, ਤੇ ਅਰਥਾਤ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਤੇ ਕਿਸਾਨਾਂ ਦੇ ਵਿੱਚ ਆਪਣੇ ਹੱਕਾਂ ਲਈ ਜਾਗਰਤੀ ਆ ਗਈ ਹੈ। ਤੇ ਕਿੱਕਰਾਂ ਵੇ ਕੰਡਿਆਲਿਆ, ਅੱਜ ਵਿਸਾਖ ਦਾ ਮਹੀਨਾ ਚੜ੍ਹ ਗਿਆ, ਤੇ ਅੱਜ ਸਾਮਰਾਜ ਦੇ ਮੂੰਹ ਉੱਪਰ ਜਿਹੜੇ ਕਿ ਸਵਾਹ ਉੱਡ ਕੇ ਪੈ ਰਹੀ ਹੈ, ਭਾਵ ਕਿ ਸਾਮਰਾਜ ਖਤਮ ਹੋ ਰਿਹਾ। ਤੇ ਇਹ ਕੰਡਿਆਲੇ ਕਿੱਕਰਾਂ, ਉੱਤੋਂ ਜੇਠ ਦਾ ਮਹੀਨਾ ਚੜ੍ਹ ਗਿਆ, ਤੇ ਤੇਰੇ ਹੇਠ ਅੱਜ ਧਰਤੀ ਉਸਲਵੱਟੇ ਬਣ ਰਹੀ ਹੈ, ਤੇ ਭਾਵ ਕਿ ਕ੍ਰਾਂਤੀ ਲਈ ਤਿਆਰ ਹੋ ਰਹੀ ਹੈ। ਕਿੱਕਰਾਂ ਵੇ ਕੰਡਿਆਲੇ ਉੱਤੋਂ ਹਾੜ ਦਾ ਮਹੀਨਾ ਚੜ੍ਹ ਕੇ ਪਿਆ, ਤੇ ਆਖਰ ਕੱਖ ਕਾਣ ਦੀ ਝੁੱਗੀ ਦੇ ਆਸਰੇ ਹੇਠ ਕਿੰਨਾ ਕੁ ਚਿਰ ਕੱਟਿਆ ਜਾ ਸਕਦਾ। ਇਹਨਾਂ ਵਿੱਚ ਰਹਿੰਦੇ ਕਿਰਤੀਆਂ ਨੇ ਆਖਰ ਆਪਣੇ ਹੱਕਾਂ ਲਈ ਜਿਹੜੇ ਕਿ ਘੋਲ ਕਰਨਾ ਹੀ ਸੀ। ਅੱਗੇ ਹੈ ਕਿੱਕਰਾਂ ਵੇ ਕੰਡਿਆਲੇ ਅੱਗੋਂ ਚੜ੍ਹਿਆ ਸੌਣ। ਹਰ ਇੱਕ ਮਹੀਨੇ ਦਾ ਨਾਮ ਲੈ ਕੇ ਕਹੀ ਹੋਈ ਜਿਹੜੀ ਕਿ ਇਹ ਕਵਿਤਾ। ਦਵਾਨਵ ਹੈ ਸਮੇਂ ਦੀ ਰੋਕ ਸਕੇ ਅੱਜ ਕੌਣ। ਹਾਂਜੀ, ਇਹਦਾ ਹੈ ਦਵਾਨਲ ਭਾਵ ਕਿ ਜੰਗਲ ਦੀ ਅੱਗ, ਜਿਹੜੀ ਜੰਗਲ ਦੇ ਵਿੱਚ ਹਨੇਰੀ ਚੱਲਣ ਦੇ ਨਾਲ ਬਾਂਸਾਂ ਦੀ ਰਗੜ 'ਚੋਂ ਪੈਦਾ ਹੁੰਦੀ ਹੈ। ਤਾਂ ਇਹਦੇ ਵਿੱਚ ਕਵਿੱਤਰੀ ਕਹਿੰਦੀ ਹੈ ਕਿ ਅੱਜ ਸਾਵਣ ਦਾ ਮਹੀਨਾ ਚੜ੍ਹ ਗਿਆ, ਤੇ ਸਮੇਂ ਨੇ ਜੋ ਦਨਾਵਲ ਦੀ ਅੱਗ ਲਾ ਕੇ ਪੁਰਾਤਨ ਆਰਥਿਕ ਪ੍ਰਬੰਧ ਨੂੰ ਫੂਕਣਾ ਸ਼ੁਰੂ ਕੀਤਾ, ਉਸ ਨੂੰ ਕੋਈ ਨਹੀਂ ਰੋਕ ਸਕਦਾ। ਤਾਂ ਕਿੱਕਰਾਂ ਵੇ ਕੰਡਿਆਲਿਆ ਭਾਦੋਂ ਹੈ ਇਸ ਵੇਰ, ਵੇਲਣ ਦੇ ਵਿੱਚ ਨਪੇੜਿਆ ਛਿੱਲਾਂ ਉੱਗੀਆਂ ਫੇਰ। ਕਿੱਕਰਾਂ ਵੇ ਕੰਡਿਆਲਿਆ ਅੱਸੂ ਚੜ੍ਹਿਆ ਅੱਜ ਨਾ ਲਾਰੇ ਲੱਗਦੇ, ਅੱਜ ਨਾ ਪੈਂਦੇ ਭੱਜ। ਤਾਂ ਕਿੱਕਰਾਂ ਵੇ ਕੰਡਿਆਲਿਆ ਕੱਤਕ ਬਦਲੇ ਤੋਰ, ਨਵੇਂ ਯੁੱਗ ਦੇ ਬੁੱਤ ਵਿੱਚ ਨਵੇਂ ਲਹੂ ਦਾ ਦੌਰ।
ਤਾਂ ਕਵਿੱਤਰੀ ਕਹਿੰਦੀ ਹੈ ਕਿ ਹੁਣ ਭਾਦੋਂ ਦਾ ਮਹੀਨਾ ਚੜ੍ਹ ਗਿਆ, ਬੇਲਣ ਦੇ ਵਿੱਚ ਨਪੇੜ ਹੋ ਕੇ ਛੀਲਾਂ ਬਣੀਆਂ ਚੀਜ਼ਾਂ ਮੁੜ ਕੇ ਉੱਗ ਪਈਆਂ ਨੇ ਤੇ ਭਾਵ ਨਪੇੜੇ ਤੇ ਦੱਬੇ ਕੁਲਚੇ ਕਿਰਤੀ ਜਿਹੜੇ ਕਿ ਕਿਸਾਨ ਜਾਗ ਪਏ ਨੇ। ਤਾਂ ਅਗਲੇ ਦੇ ਵਿੱਚ ਕਹਿੰਦੇ ਕਿ ਅੱਸੂ ਦਾ ਮਹੀਨਾ ਚੜ੍ਹ ਪਿਆ ਹੈ ਤੇ ਅੱਸੂ ਦੇ ਅੱਜ ਨਾ ਲਾਰੇ ਲਾ ਕੇ ਤੇ ਅੱਜ ਨਾ ਪੱਜ ਭਾਵ ਕਿ ਬਹਾਨਾ ਲਾ ਕੇ ਜਿਹੜੇ ਕਿ ਨਹੀਂ ਰੋਕਿਆ ਜਾ ਸਕਦਾ। ਤੇ ਕਿੱਕਰਾਂ ਵੇ ਕੰਡਿਆਲੇ ਕੱਤਕ, ਕਵਿੱਤਰੀ ਕਹਿੰਦੇ ਕਿ ਕੱਤਕ ਦੇ ਮਹੀਨੇ ਚੜ੍ਹਦੇ ਹੀ ਤੌਰ ਤਰੀਕੇ ਬਦਲ ਜਾਂਦੇ ਨੇ ਤੇ ਨਵੇਂ ਯੁੱਗ ਦੇ ਬੁੱਤ ਵਿੱਚ ਨਵੇਂ ਦੌਰ ਦਾ ਲਹੂ ਦੌੜ ਰਿਹਾ ਤੇ ਅਰਥਾਤ ਇਨਕਲਾਬੀ ਵਿਚਾਰਾਂ ਨੇ ਜਿਹੜੇ ਕਿ ਪੁਰਾਤਨ ਵਿਚਾਰਾਂ ਨੂੰ ਬਦਲ ਕੇ ਰੱਖ ਦਿੱਤਾ। ਅੱਗੇ ਕਿੱਕਰਾਂ ਵੇ ਕੰਡਿਆਲੇ ਮੱਘਰ ਚੜ੍ਹਿਆ ਆਣ, ਕੋਈ ਇੱਕ ਪੱਤਰੀ ਲੋਹੇ ਦੀ ਜੀਕਣ ਚੜ੍ਹਦੀ ਸਾਣ, ਕਿੱਕਰਾਂ ਵੇ ਕੰਡਿਆਲੇ ਉੱਤੋਂ ਚੜ੍ਹਿਆ ਪੋਹ, ਹੱਕ ਜਿਨ੍ਹਾਂ ਦੇ ਆਪਣੇ ਆਪ ਲੈਣਗੇ ਖੋਹ, ਕਿੱਕਰਾਂ ਵੇ ਕੰਡਿਆਲੇ ਉੱਤੋਂ ਚੜ੍ਹਿਆ ਮਾਘ, ਕਰਨ ਸਵਾਰੀ ਸਮੇਂ ਦੇ ਫੜਨ ਸਮੇਂ ਦੀ ਵਾਗ, ਕਿੱਕਰਾਂ ਵੇ ਕੰਡਿਆਲੇ ਫੱਗਣ ਚੜ੍ਹਿਆ ਆਨ, ਲੋਕਾਂ ਦੇ ਇਸ ਯੁੱਗ 'ਚੋਂ ਲੋਕ ਚੜ੍ਹਨ ਪ੍ਰਵਾਨ। ਹਾਂਜੀ, ਕਵਿੱਤਰੀ ਕਹਿੰਦੀ ਹੈ ਕਿ ਮੱਘਰ ਦਾ ਮਹੀਨਾ ਆ ਗਿਆ ਤੇ ਇਸ ਤਰ੍ਹਾਂ ਚੜ੍ਹਿਆ ਜਿਵੇਂ ਕੋਈ ਲੋਹੇ ਦੀ ਪੱਤਰੀ ਤਿੱਖੀ ਕਰਨ ਦੇ ਲਈ ਸਾਨ ਉੱਤੇ ਚੜ੍ਹਾਈ ਜਾਂਦੀ ਹੈ ਤੇ ਅਰਥਾਤ ਇਸ ਦੇ ਵਿੱਚ ਭਾਵ ਕਿ ਆਪਣੇ ਹੱਕ ਖੋਹਣ ਲਈ ਜਿਹੜੇ ਕਿ ਤਿਆਰ ਹੋ ਰਹੇ ਕਿਰਤੀ ਆਪਣੇ ਜਿਹੜੇ ਕਿ ਹਥਿਆਰ ਤਿੱਖੇ ਕਰ ਰਹੇ ਨੇ। ਕਿੱਕਰਾਂ ਕੰਡਿਆਲੇ ਜਿਹੜੇ ਕਿ ਪੋਹ ਦਾ ਮਹੀਨਾ ਚੜ੍ਹ ਗਿਆ, ਜਿਨ੍ਹਾਂ ਦੇ ਹੱਕ ਆਪਣੇ ਹਨ ਉਹ ਆਪੇ ਹੀ ਖੋਹ ਲੈਣਗੇ। ਫਿਰ ਅੱਗੇ ਮਾਘ ਦਾ ਮਹੀਨਾ ਚੜ੍ਹ ਗਿਆ ਤੇ ਅੱਜ ਲੋਕ ਸਮੇਂ ਦੀ ਵਾਂਗ ਫੜ ਕੇ ਉਸ 'ਤੇ ਸਵਾਰੀ ਕਰ ਰਹੇ ਨੇ ਤੇ ਭਾਵ ਕਿ ਅੱਜ ਦੇ ਜ਼ਮਾਨੇ ਵਿੱਚ ਉਹ ਕੁਝ ਹੋ ਰਿਹਾ ਜੋ ਲੋਕ ਚਾਹੁੰਦੇ ਸੀ। ਫਿਰ ਫੱਗਣ ਆ ਗਿਆ ਤੇ ਲੋਕਾਂ ਦੇ ਇਸ ਯੁੱਗ ਦੇ ਵਿੱਚ ਲੋਕ ਹੀ ਪੂਰੇ ਉਤਰ ਰਹੇ ਨੇ। ਅੱਗੇ ਇਹਨਾਂ ਦਾ ਜਿਹੜੇ ਕਿ ਕੇਂਦਰੀ ਭਾਵ ਕਿ ਵਿਸ਼ਾ ਵਸਤੂ ਤੇ ਇਹਦੇ ਵਿੱਚ ਜਿਹੜੇ ਕਿ ਤੁਸੀਂ ਲਿਖ ਦੇਣਾ ਕਿ ਇਹ ਕਵਿਤਾ 12 ਮਾਹ ਰੂਪ ਦੇ ਵਿੱਚ, ਜਿਹਦੇ ਵਿੱਚ 12 ਦੇ 12 ਦੇਸੀ ਮਹੀਨਿਆਂ ਨੂੰ ਆਧਾਰ ਬਣਾ ਕੇ ਪ੍ਰਗਤੀਵਾਦੀ ਵਿਚਾਰ ਆ ਜਿਹੜੇ ਕਿ ਪ੍ਰਗਟ ਕੀਤੇ ਗਏ ਨੇ। ਫਿਰ ਇਹਦੀ ਜਿਹੜੇ ਕਿ ਤਿੰਨੇ ਦੇ ਪ੍ਰਸੰਗ ਸਹਿਤ ਵਿਆਖਿਆ ਨੇ, ਇਹ ਤਿੰਨੇ ਜਿਹੜੇ ਕਿ ਇਕੱਠੀਆਂ ਲਿਖ ਦੇਣੀਆਂ ਨੇ ਇੱਥੇ, ਠੀਕ ਹੈ, ਵੀ ਕਿਸਾਨਾਂ ਦੇ ਜਿਹੜੇ ਕਿ ਚੇਤ ਮਹੀਨੇ ਦੇ ਵਿੱਚ ਕੀ ਹੋਇਆ ਹੋ ਰਿਹਾ, ਵਿਸਾਖ 'ਚ ਕੀ ਹੋ ਰਿਹਾ, ਹਾੜ੍ਹ 'ਚ ਕੀ ਹੋ ਰਿਹਾ। ਤੇ ਅੱਗੇ ਕਿੱਕਰਾਂ ਵੇ ਕੰਡਿਆਲੇ ਕਵਿਤਾ ਦੀ ਸੁਰ ਕਿਹੜੀ ਆ, ਪ੍ਰਗਤੀਵਾਦੀ ਹੈ ਤੇ ਦੇਸੀ ਮਹੀਨਿਆਂ ਦੇ ਨਾਂ ਅੱਗੇ ਹਰਭਜਨ ਸਿੰਘ ਦਾ, ਠੀਕ ਹੈ। ਹਾਂਜੀ, ਨੈਕਸਟ ਦੇਖਦੇ ਆਪਾਂ ਅੱਗੇ। ਹਾਂਜੀ, ਧਰਤੀ ਦੇ ਹੇਠਾਂ, ਇਹ ਧਰਤੀ ਦੇ ਹੇਠਾਂ ਧੌਲ ਹੈ ਤਾਂ ਇਹਦੇ 'ਚ ਵੀ ਪਹਿਚਾਣ ਸ਼ਬਦ ਤੁਹਾਨੂੰ ਧਰਤੀ ਦੇ ਹੇਠਾਂ ਜਿਹੜੇ ਕਿ ਧਰਤੀ ਦੇ ਹੇਠਾਂ ਇਹ ਸ਼ਬਦ ਮਿਲ ਜੂਗਾ, ਠੀਕ ਹੈ। ਧਰਮ ਧਰਤੀ ਇਹ ਸ਼ਬਦ ਮਿਲ ਜੂਗਾ, ਜਿਹਦੇ ਤੁਹਾਨੂੰ ਪਤਾ ਲੱਗ ਜੂਗਾ ਕਿ ਇਹ ਹਰਭਜਨ ਸਿੰਘ ਦੀ ਲਿਖੀ ਹੋਈ ਕਵਿਤਾ। ਹੁਣ ਆਪਾਂ ਇਹਦਾ ਵਿਸ਼ਾ ਵਸਤੂ ਕਰ ਲੈਂਦੇ ਹਾਂ। ਹਾਂਜੀ, ਇਸ ਕਵਿਤਾ ਵਿੱਚ ਕਵੀ ਜਿਹੜੇ ਕਿ ਇਸਤਰੀ ਜਾਤੀ ਦੀ ਬਹਾਦਰੀ ਨੂੰ ਸਵੀਕਾਰਦਾ ਤੇ ਸਮਾਜਿਕ ਸੰਤੁਲਨ ਕਾਇਮ ਰੱਖਣ ਦੇ ਵਿੱਚ ਜਿਹੜੇ ਕਿ ਉਹਦੇ ਯੋਗਦਾਨ ਨੂੰ ਉਹਦੀ ਪ੍ਰਸ਼ੰਸਾ ਕਰਦਾ। ਤਾਂ ਲੋਕ ਵਿਸ਼ਵਾਸ ਆ ਕਿ ਧਰਤੀ ਹੇਠਾਂ ਬਲਦ ਹੈ ਤੇ ਜਿਸ ਨੇ ਧਰਤੀ ਸਿੰਘਾਂ 'ਤੇ ਚੱਕੀ ਹੋਈ ਹੈ ਤੇ ਇਹ ਧਰਤੀ ਧਰਮ ਰੂਪੀ ਨਿਯਮਾਂ ਦੇ ਆਸਰੇ 'ਤੇ ਟਿਕੀ ਹੋਈ ਆ। ਤੇ ਕਵੀ ਦਾ ਵਿਸ਼ਵਾਸ ਹੈ ਕਿ ਉਸਦੀ ਧੀ ਅਰਥਾਤ ਇਸਤਰੀ ਨੇ ਹੀ ਧਰਤੀ ਦਾ ਜਿਹੜੇ ਕਿ ਭਾਰ ਚੁੱਕਿਆ ਹੋਇਆ। ਧਰਤੀ ਇੱਕ ਬੋਝ, ਦੁੱਖ ਅਤੇ ਕੋਝ ਹੈ ਤੇ ਇਸਦੇ ਸਾਰੇ ਭਾਰ ਨੂੰ ਧਰਤੀ ਰੂਪੀ ਇਸਤਰੀ ਰੂਪੀ ਧੀ ਹੀ ਚੁੱਕਦੀ ਹੈ ਤੇ ਬਟ ਮੂੰਹੋਂ ਕੋਈ ਵੀ ਜਿਹੜੇ ਕਿ ਸੀ ਨਹੀਂ ਕਰਦੀ। ਤੇ ਪਰ ਹੁਣ ਲੋਕਾਂ ਦਾ ਵਿਸ਼ਵਾਸ ਹੈ ਜਿਹੜੇ ਕਿ ਡੋਲ ਚੁੱਕਿਆ ਕਿ ਧਰਤੀ ਨੂੰ ਬਲਦ ਨੇ ਸਿੰਘਾਂ ਉੱਤੇ ਚੁੱਕਿਆ ਹੋਇਆ ਤੇ ਧਰਮ ਵਿੱਚ ਵੀ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ, ਪਰੰਤੂ ਧੀਆਂ ਰੂਪੀ ਇਸਤਰੀ ਖੰਭ ਲਾ ਕੇ ਕਿਧਰੇ ਉੱਡ ਜਾਣ ਦਾ ਢੰਗ ਨਹੀਂ ਜਾਣਦਿਆਂ, ਇਸ ਕਰਕੇ ਸਾਰੇ ਦੁੱਖਾਂ ਦਾ ਭਾਰ ਆਪਣੇ ਸਿਰ ਉੱਤੇ ਚੁੱਕ ਕੇ ਰੱਖਦੀਆਂ ਨੇ। ਤਾਂ ਕਵੀ ਕਹਿੰਦਾ ਕਿ ਚਹੁੰ ਬਾਹਾਂ ਵਾਲੇ ਬ੍ਰਹਮਾ ਨੇ ਵੀ ਹਜ਼ਾਰਾਂ ਬਾਹਾਂ ਵਾਲੇ ਦੁੱਖ ਬਣਾਏ ਨੇ, ਉਹਨਾਂ ਨਾਲ ਲੜਨ ਲਈ 8 ਬਾਹਾਂ ਵਾਲੀ ਦੁਰਗਾ, ਠੀਕ ਹੈ, ਦੇਵੀ ਦੁਰਗਾ। ਪਰ ਧੀ ਰੂਪ ਇਸਤਰੀ ਦੇਵੀ ਨਹੀਂ ਸਗੋਂ ਮਨੁੱਖ ਹੈ ਤੇ ਉਸ ਨੂੰ ਵੀ ਮਰਦਾਂ ਦੇ ਬਰਾਬਰ ਨਹੀਂ ਸਗੋਂ ਅੱਧੀ ਜਾਂ ਪੌਣੀ ਦਾ ਦਰਜਾ ਹੀ ਪ੍ਰਾਪਤ ਹੈ ਤੇ ਇਸ ਤਰ੍ਹਾਂ ਦੁੱਖਾਂ ਨਾਲ ਲੜਦੀ ਨਹੀਂ ਬਲਕਿ ਦੁੱਖਾਂ ਨੂੰ ਚੁੱਕਦੀ ਹੈ। ਤੇ ਲੋਕ ਵਿਸ਼ਵਾਸ ਅਨੁਸਾਰ ਧਰਤੀ ਬਲਦਾਂ ਨੇ ਆਪਣੇ ਸਿੰਘਾਂ ਉੱਤੇ ਚੁੱਕੀ ਹੋਈ ਆ। ਲੋਕ ਵਿਸ਼ਵਾਸ ਇਹ ਵੀ ਸੀ ਕਿ ਧਰਤ ਦੇ ਨਿਯਮਾਂ ਨੇ ਧਰਤੀ ਨੂੰ ਟਿਕਾ ਕੇ ਰੱਖਿਆ ਹੋਇਆ ਤੇ ਪਰ ਅੱਜ ਇਹ ਸਾਰੇ ਵਿਸ਼ਵਾਸ ਆ ਜਿਹੜੇ ਕਿ ਡੋਲ ਚੁੱਕੇ ਨੇ ਤੇ ਅੱਜ ਦਾ ਧਰਤੀ ਦੇ ਭਾਰ ਨੂੰ ਚੁੱਕਣ ਵਾਲੀ ਧੀ ਰੂਪੀ ਇਸਤਰੀ ਹੈ। ਤਾਂ ਇਹ ਧਰਤੀ ਹੇਠਾਂ ਕਵਿਤਾ ਦਾ ਆਧਾਰ ਕੀ ਹੈ, ਮਿੱਥ, ਠੀਕ ਹੈ, ਮਿੱਥ ਆ ਇਹ। ਨੈਕਸਟ ਹੈ 15 ਅਗਸਤ। ਹਾਂਜੀ, ਇਹਦੇ ਵਿੱਚ ਜਿਹੜੇ ਕਿ ਕਵੀ ਨੇ ਆਪਣੇ ਦੇਸ਼ ਦੀ ਆਜ਼ਾਦੀ ਦੇ ਦਿਹਾੜੇ ਦੀ ਆਮਦ, ਠੀਕ ਹੈ, ਵੀ ਆਉਣ ਤੇ ਉਹਦੀ ਮਹਾਨਤਾ ਨੂੰ ਦੱਸਿਆ। ਇੱਕ ਦਿਵਸ ਸੁਹਾਵਾ ਉਜਲਾ ਆ ਖੜਾ ਸਾਡੇ ਦੁਆਰ, ਉਹਦੀ ਦੇਹੀ ਕਿਰਨ ਸੁਰਾਂਗਲੀ, ਮੁੱਖ ਮਗਧਾ ਤੇਜ ਅਪਾਰ, ਉਸਨੇ ਰੇਸ਼ਮਾ ਬੁੰਬਲ ਜੋੜ ਕੇ ਸਭ ਦਿੱਤੀ ਧੂੜ ਬਹਾਰ। ਹਾਂਜੀ, ਇਹਦੇ ਵਿੱਚ ਕਵੀ ਕਹਿੰਦਾ ਕਿ 15 ਅਗਸਤ ਦਾ ਜਿਹੜੇ ਕਿ ਇੱਕ ਸੁਹਾਵਾ ਤੇ ਉਜਲਾ ਦਿਨ ਸਾਡੇ ਬੂਹੇ ਉੱਤੇ ਆ ਕੇ ਖੜਾ ਹੋਇਆ ਤੇ ਉਹਦੀ ਦੇਹ ਜਿਹੜੇ ਕਿ ਸੁਰਾਂਗਲੀ ਹੈ, ਕਿਰਨਾਂ ਦਾ ਰੂਪ ਸੀ
ਤੇ ਉਹਦੇ ਮੂੰਹ ਦੇ ਉੱਤੇ ਬੇਅੰਤ ਤੇਜ ਸੀ, ਠੀਕ ਹੈ। ਤੇ ਉਸਨੇ ਕਿਰਨਾਂ ਜੋੜ ਕੇ ਇੱਕ ਬੁੰਬਲ ਜੋੜਿਆ ਤੇ ਸਾਡੇ ਦੇਸ਼ ਦੇ ਵਿੱਚੋਂ ਗੁਲਾਮੀ ਦੀ ਸਾਰੀ ਧੂੜ ਹੂੰਝ ਦਿੱਤੀ, ਜਿਹਦੇ ਨਾਲ ਸਾਰੀ ਧਰਤੀ ਸੋਹਣੀ ਹੋ ਗਈ ਤੇ ਸਾਰੇ ਕੋਝਾਂ ਜਿਹੜੇ ਕਿ ਹਾਰ ਸ਼ਿੰਗਾਰ ਦਾ ਰੂਪ ਧਾਰ ਗਏ। ਨੈਕਸਟ ਹੈ ਅੱਗੇ, ਤਕਦੀਰਾਂ ਜੋਬਨਵੰਤੀਆਂ ਲੈ ਆਈਆਂ ਲੱਖ ਉਪਹਾਰ, ਲੱਖ ਥਾਲੀ ਦੀਵੇ ਝਿਲਮਲੇ, ਲੱਖ ਆਰਤੀ ਰਹੇ ਉਤਾਰ, ਸਾਡੇ ਕੁੱਲ ਮੁਸਕਾਏ ਬਿਰਹੜੇ, ਸਭ ਹੰਝੂ ਗਏ ਸਿਧਾਰ। ਹਾਂਜੀ, ਕਵੀ ਕਹਿੰਦਾ ਕਿ ਸਾਡੇ ਘਰ ਦੇ ਬੂਹੇ ਉੱਤੇ 15 ਅਗਸਤ ਦੀ ਆਜ਼ਾਦੀ ਦੇ ਦਿਨ ਦੇ ਆ ਜਾਣ 'ਤੇ ਮੁਟਿਆਰ ਤਕਦੀਰਾਂ ਲੱਖਾਂ ਤੋਹਫੇ ਲੈ ਕੇ ਆ ਗਈਆਂ, ਠੀਕ ਹੈ। ਤੇ ਇਸ ਸਮੇਂ ਲੱਖਾਂ ਥਾਲੀਆਂ ਵਿੱਚ ਜਗਦੇ ਹੋਏ ਝਿਲਮਿਲ ਕਰਦੇ ਦੀਵੇ ਉਹਦੀ ਲੱਖਾਂ ਵੇਰੀ ਆਰਤੀ ਉਤਾਰ ਰਹੇ ਨੇ। ਤੇ ਇਸ ਖੁਸ਼ੀਆਂ ਭਰੇ ਵਾਤਾਵਰਨ ਦੇ ਪਸਰਨ ਦੇ ਨਾਲ ਸਾਡੇ ਸਾਰੇ ਬਿਰਹੜੇ ਮੁਸਕਰਾਉਣ ਲੱਗ ਪਏ ਨੇ, ਸਭ ਹੰਝੂ ਸਾਥੋਂ ਜਿਹੜੇ ਕਿ ਦੂਰ ਹੋ ਗਏ ਨੇ। ਅੱਗੇ ਹੈ, ਅਸਾਂ ਕਿਹਾ ਵੇ ਦਿਵਸ ਸੁਹਾਇਆ ਆ, ਬਹੂ ਸਾਡੇ ਘਰ ਵਾਰ, ਉਸ ਕਿਹਾ ਦਿਵਸ ਨਾ ਬੈਠਦੇ, ਸਾਨੂੰ ਬਸ ਤੁਰਨਾ ਦਰਕਾਰ, ਅਸਾਂ ਕਿਹਾ ਜੇ ਦੇ ਜਾ ਦੋਸਤਾ, ਸਾਨੂੰ ਪਲਸ਼ਿਨ ਹੋਰ ਦੀਦਾਰ, ਉਸ ਕਿਹਾ ਕਿ ਉਹੀਓ ਦੋਸਤੀ ਜਿਹੜੀ ਦਰਸ਼ਨ ਤੋਂ ਵੀ ਪਾਰ। ਹਾਂਜੀ, ਕਵੀ ਕਹਿੰਦਾ ਕਿ ਬੂਹੇ ਉੱਤੇ 15 ਅਗਸਤ ਦੇ ਦਿਨ ਸੋਹਣੇ ਦਿਨ ਨੂੰ ਕਿਹਾ ਕਿ ਸਾਡੇ ਘਰ ਦੇ ਵਿੱਚ ਆ ਬੈਠ, ਪਰੰਤੂ ਉਹਨੇ ਉੱਤਰ ਦਿੱਤਾ ਕਿ ਦਿਨ ਕਦੇ ਵੀ ਬੈਠਦੇ ਨਹੀਂ, ਸਗੋਂ ਉਹਨਾਂ ਦਾ ਤਾਂ ਚੱਲਦੇ ਹੀ ਰਹਿਣਾ। ਤੇ ਕਵੀ ਨੇ ਕਿਹਾ ਕਿ ਦੋਸਤਾ ਸਾਨੂੰ ਪਲਸ਼ਿਨ ਲਈ ਤਾਂ ਹੋਰ ਦੀਦਾਰ ਦੇ, ਬਟ ਉਹਨੇ ਕਿਹਾ ਕਿ ਦੋਸਤੀ ਉਹੀ ਹੁੰਦੀ ਹੈ ਜੋ ਦਰਸ਼ਨ ਮਗਰੋਂ ਵੀ ਅੱਗੇ ਚੱਲਦੀ ਹੈ। ਅਸੀਂ ਕਿਰਨਾਂ ਫੜਦੇ ਰਹਿ ਗਏ ਪਰ ਸਕੇ ਨਾ ਉਸ ਖਲਾਰ, ਉਹ ਇੱਕ ਦੁਸ਼ਾਲਾ ਧੁੱਪ ਦਾ ਸਾਡੇ ਵਿਹੜੇ ਗਿਆ ਪਸਾਰ, ਧੁੱਪ ਚੁੰਮੇ ਤਾਂ ਫੁੱਲ ਜਨਮਦੇ, ਕੁੱਲ ਖਾਕ ਬਣੇ ਗੁਲਜ਼ਾਰ, ਇਹ ਚਾਨਣ ਉਸਦੀ ਦੀਦ ਹੈ, ਇਹ ਫੁੱਲ ਉਹਦੇ ਇਕਰਾਰ, ਉਸ ਬਿਨ ਵੀ ਇੱਥੇ ਵਸਦਾ ਉਹਦਾ ਨਿੱਘਾ ਪਿਆਰ। ਹਾਂਜੀ, ਕਵੀ ਕਹਿੰਦਾ ਕਿ 15 ਅਗਸਤ ਦੇ ਦਿਨ ਦੀ ਕਿਰਨਾਂ ਹੀ ਫੜਦੇ ਰਹਿ ਗਏ ਪਰ ਉਸਨੂੰ ਜਿਹੜੇ ਕਿ ਰੋਕ ਕੇ ਨਾ ਰੱਖ ਸਕੇ, ਪਰੰਤੂ ਜਾਂਦਾ ਹੋਇਆ ਉਹ ਧੁੱਪ ਦਾ ਇੱਕ ਦੁਸ਼ਾਲਾ ਸਾਡੇ ਵਿਹੜੇ ਦੇ ਵਿੱਚ ਖਿਲਾਰ ਗਿਆ ਤੇ ਉਸ ਧੁੱਪ ਨੂੰ ਚੁੰਮ ਕੇ ਸਾਡੇ ਦੇਸ਼ ਦੇ ਵਿੱਚ ਵਿਹੜੇ ਦੇ ਵਿੱਚ ਫੁੱਲਾਂ ਦਾ ਜਨਮ ਹੁੰਦਾ ਤੇ ਸਾਰੀ ਮਿੱਟੀ ਫੁਲਵਾੜੀ ਵਾਂਗ ਜਿਹੜੇ ਕਿ ਮਹਿਕ ਰਹੀ ਹੈ ਤੇ ਉਸਦੇ ਖਿਲਾਰੇ ਧੁੱਪ ਦੇ ਚਾਨਣ ਵਿੱਚੋਂ ਸਾਨੂੰ ਉਸਦੇ ਜਿਹੜੇ ਕਿ ਦਰਸ਼ਨ ਹੁੰਦੇ ਨੇ ਤੇ ਖਿੜੇ ਹੋਏ ਫੁੱਲ ਅਰਥਾਤ ਖੁਸ਼ਹਾਲੀ ਉਸਦਾ ਇਕਰਾਰ ਹੈ। ਤੇ ਇਹ ਆਪ ਭਾਵੇਂ ਸਾਡੇ ਕੋਲ ਨਹੀਂ, ਸਾਡੇ ਵਿਹੜੇ ਵਿੱਚ ਉਸਦਾ ਨਿੱਘਾ ਪਿਆਰ ਵਸਦਾ। ਤੇ ਅੱਗੇ ਇਹਦਾ ਵੀ ਜਿਹੜੇ ਕਿ ਵਿਸ਼ਾ ਵਸਤੂ ਜੋ ਆਪਾਂ ਨੇ 15 ਅਗਸਤ ਵਾਲੇ ਦੇ ਵਿੱਚ ਸਾਰੀ ਜਿਹੜੀ ਕਿ ਕਵਿਤਾ ਦੇ ਜਿਹੜੀ ਵਿਆਖਿਆ ਉਹ ਸਾਰੀ ਇਹਦੇ ਵਿੱਚ ਐਡ ਹੋ ਜਾਣੀ ਹੈ, ਠੀਕ ਹੈ। ਦੁਬਾਰਾ ਫਿਰ ਤੋਂ ਰਿਪੀਟ ਕਰ ਰਹੀ ਹਾਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਜਿਹੜੇ ਕਿ 11, ਠੀਕ ਹੈ, 11 ਵੈਸੇ ਮੈਂ ਫਸਟ ਡੇ ਤਾਂ ਤੁਹਾਨੂੰ 14 ਦੱਸੀਆਂ ਸੀ, ਤਾਂ ਅਸੀਂ ਜੇ 14 ਨਹੀਂ ਕਰਨੇ, ਘੱਟੋ ਘੱਟ 11 12 ਤਾਂ ਕਵੀ ਜ਼ਰੂਰ ਕਰਨੇ ਨੇ, ਠੀਕ ਹੈ। ਉਹਨਾਂ ਦੀ ਪ੍ਰਸੰਗ ਸਾਹਿਤ ਵਿਆਖਿਆ, ਉਹਨਾਂ ਦੀ ਹੀ ਕਵਿਤਾ ਦੇ ਵਿਸ਼ਾ ਵਸਤੂ। ਅੱਗੇ ਤਾਰਾ ਸਿੰਘ ਆ, ਹਾਂਜੀ, ਇਹਦੇ ਵੀ ਮੋਮਬੱਤੀਆਂ ਵਾਲੀ ਜਿਹੜੀ ਕਵਿਤਾ, ਇਹਦੇ ਵਿੱਚ ਹਰ ਇੱਕ 'ਚ ਮੋਮਬੱਤੀਆਂ ਸ਼ਬਦ ਹੈ, ਠੀਕ ਹੈ। ਤਾਂ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਇਸ ਦੇ ਵਿੱਚੋਂ ਲਈ ਹੋਈ ਆ। ਤੇ ਇਹਦਾ ਆਪਾਂ ਜਿਹੜੇ ਕਿ ਤੁਸੀਂ ਇਹਦੇ ਜਿਹੜੇ ਕਿ ਕਵਿਤਾ ਦਾ ਹੈ ਸਾਰਾਂਸ਼ ਵਿਸ਼ਾ ਵਸਤੂ ਹੀ ਇਹਨੂੰ ਇੱਕ ਵਾਰ ਰੀਡ ਕਰ ਲੈਣਾ, ਠੀਕ ਹੈ, ਇੱਕ ਵਾਰ ਇਹਨੂੰ ਰੀਡ ਕਰ ਲੈਣਾ। ਹਾਂਜੀ, ਅੱਗੇ ਹੈ, ਕੋਈ ਮਾਣ ਕਰੇ ਜੀਵਨ ਤੇ ਕੋਈ ਗੱਲ ਲਮਕਾਵੇ, ਹਾਂਜੀ, ਪਿਆਰ ਤੇਰਾ ਜੀਵਨ ਵਿੱਚ ਮੈਨੂੰ ਕੁੱਲ ਇੰਨਾ ਚਿਰ ਮਿਲਿਆ, ਜੇਠ ਹਾੜ ਦੀ ਰੁੱਤੇ ਜਿਉਂ ਥਲ ਭੁੱਜਦੇ ਸਿਖਰ ਦੁਪਹਿਰੇ, ਇੱਕ ਕਿਣਕੇ ਉੱਤੇ ਅੱਕ ਕੱਕੜੀ ਦਾ ਫੰਬਾ ਉੱਡਦਾ, ਪਲਸ਼ਿਨ ਛਾਂ ਕਰ ਜਾਵੇ। ਹਾਂਜੀ, ਇਹਦੇ ਵਿੱਚ ਜਿਹੜੇ ਕਿ ਇਸ ਕਵਿਤਾ ਵਿੱਚ ਕਵੀ ਨੇ ਅਸਫਲ ਪਿਆਰ ਤੋਂ ਪੈਦਾ ਹੋਏ ਤਰਸੇਵੇਂ ਭਿੰਨ ਦ੍ਰਿਸ਼ਟਾਂਤਾਂ ਦੇ ਰਾਹੀਂ ਜਿਹੜੇ ਕਿ ਅਲੰਕਾਰਾਂ ਦੇ ਰਾਹੀਂ ਪੇਸ਼ ਕੀਤੇ ਨੇ ਵਿਆਖਿਆ ਦੇ ਵਿੱਚ। ਹਾਂਜੀ, ਇਹ ਜਿਹੜੀ ਕਿ ਕਵਿਤਾ ਹੈ ਕਿਸ ਦੀ, ਤਾਰਾ ਸਿੰਘ ਦੀ ਲਿਖੀ ਹੋਈ ਹੈ, ਠੀਕ ਹੈ। ਇਸ ਕਵਿਤਾ ਵਿੱਚ ਕਵੀ ਕਹਿੰਦਾ ਕਿ ਹੇ ਪਿਆਰੀ, ਤੇਰਾ ਪਿਆਰ ਮੈਨੂੰ ਜੀਵਨ ਦੇ ਵਿੱਚ ਕੁੱਲ ਇੰਨਾ ਕੁ ਚਿਰ ਮਿਲਿਆ ਜਿਵੇਂ ਜੇਠ ਹਾੜ ਦੀ ਗਰਮੀ ਦੀ ਧੁੱਪ ਦੇ ਵਿੱਚ ਸਿਖਰ ਦੁਪਹਿਰੇ ਵੇਲੇ ਭੁੱਜਦੇ ਥਲ ਦੀ ਇੱਕ ਕਿਣਕੇ ਉੱਤੇ ਉੱਡਦਾ ਅੱਕ ਕੱਕੜੀ ਦਾ ਫੰਬਾ ਜਿਹੜੇ ਕਿ ਪਲਸ਼ਣ ਲਈ ਛਾਂ ਕਰਕੇ ਲੰਘ ਜਾਂਦਾ। ਤੇ ਭਾਵ ਮੈਨੂੰ ਤੇਰਾ ਪਿਆਰ ਆਪਣੇ ਤੜਫਦੇ ਜੀਵਨ ਦੇ ਵਿੱਚ ਬਹੁਤ ਥੋੜ੍ਹੇ ਸਮੇਂ ਲਈ ਪ੍ਰਾਪਤ ਹੋਇਆ। ਅੱਗੇ ਹੈ, ਹੇ ਮੇਰੀ ਸਰਗੀ ਮੁਖ ਚੰਨੀਏ, ਜਾਦ ਤੇਰੀ ਮੈਂ ਸਾਂਭ ਕੇ ਇੰਜ ਦਿਲ ਅੰਦਰ ਰੱਖੀ, ਜਿਉ ਸਿਆਲੀ ਰੁੱਤੇ ਟੁੱਟੇ ਹੋਏ ਛੱਪਰ ਦੇ ਉੱਤੇ ਮੀਂਹ ਗੜੇ ਦਾ ਵਸਦਾ, ਛੱਪਰ ਚੋਵੇ ਥੱਲੇ ਇੱਕ ਮੁਸਕਰਾ ਬੈਠਾ, ਅੱਗ ਬਾਲ ਕੇ ਤ੍ਰਿਪ ਚੋਂਦੇ ਵੀ ਮੀਂਹ ਦੇ ਟੋਪਿਓਂ, ਨਿੱਘ ਬਚਾਵਣ ਖਾਤਰ ਰੋਕ ਪਿੱਠ ਤੇ ਗੰਧਲਾ ਪਾਣੀ ਅੱਗ ਤੇ ਝੁਕਿਆ ਹੋਵੇ।
ਹਾਂਜੀ, ਕਵੀ ਇਹਦੇ ਵਿੱਚ ਕਹਿੰਦਾ ਕਿ ਮੇਰੀ ਸਵੇਰ ਦੀ ਲਾਲੀ ਵਰਗੇ ਸੋਹਣੇ ਮੁੱਖ ਵਾਲੀਏ ਚੰਨੀਏ, ਮੈਂ ਤੇਰੀ ਯਾਦ ਨੂੰ ਆਪਣੇ ਦਿਲ ਦੇ ਵਿੱਚ ਐਵੇਂ ਸਾਂਭ ਕੇ ਰੱਖਿਆ ਹੋਇਆ ਜਿਵੇਂ ਸਿਆਲ ਦੀ ਰੁੱਤ ਦੇ ਵਿੱਚ ਇੱਕ ਟੁੱਟੇ ਹੋਏ ਛੱਪਰ ਉੱਤੇ ਮੀਂਹ ਪੈ ਰਿਹਾ ਹੁੰਦਾ ਤੇ ਗੜੇ ਪੈ ਰਹੇ ਹੋਣ, ਤੇ ਜਿਸ ਕਰਕੇ ਛੱਪਰ ਚੋਰਿਆ ਹੋਵੇ ਤੇ ਉਸਦੇ ਹੇਠਾਂ ਬੈਠਾ ਇੱਕ ਮੁਸਾਫਰ ਤ੍ਰਿਪ ਤ੍ਰਿਪ ਚੋਂਦੀਆਂ ਮੀਂਹ ਦੀਆਂ ਬੂੰਦਾਂ ਤੋਂ ਨਿੱਘ ਬਚਾਉਣ ਲਈ ਆਪਣੀ ਪਿੱਠ ਤੇ ਗੰਦਲਾ ਪਾਣੀ ਰੋਕ ਕੇ ਹੇਠਾਂ ਬਲਦੀ ਅੱਗ ਦੇ ਉੱਪਰ ਝੁਕਿਆ ਹੋਇਆ ਹੋਵੇ। ਅੱਗੇ ਹੈ ਕਾਹਦਾ ਮਾਣ ਕਰੇ ਕੋਈ ਦਿਲ ਤੇ ਕੋਈ ਵੰਨੇ ਦਾਵੇ, ਪੱਲਾ ਸਵਰ ਮੇਰੇ ਦਾ ਦਿਲ ਤੋਂ ਐਦਾਂ ਛੁੱਟ ਛੁੱਟ ਜਾਵੇ, ਜਿਉਂ ਕਣਕਾਂ ਦੇ ਵੱਢਾਂ ਦੇ ਵਿੱਚੋਂ ਨਿੱਕਾ ਜਿਹਾ ਪੋਲੀ ਦਾ ਬੂਟਾ ਜੁੰਡਾਂ ਦੇ ਵਿੱਚ ਫਸਿਆ ਹੋਵੇ। ਹਵਾ ਦੇ ਧੱਫਿਆਂ ਨਾਲ ਵਿਚਾਰਾ ਕਦੇ ਫੇਸ ਛੁੱਟ ਜਾਵੇ, ਫਸ ਜਾਵੇ, ਛੁੱਟ ਜਾਵੇ। ਹਾਂਜੀ, ਇਹਦੇ ਵਿੱਚ ਜਿਹੜੇ ਕਿ ਕਵੀ ਕਹਿੰਦਾ ਕਿ ਕੋਈ ਆਪਣੇ ਤੇ ਕਾਹਦਾ ਮਾਣ ਕਰੇ, ਕਾਹਦੇ ਦਾਵੇ ਬੰਨੇ, ਮੇਰੇ ਦਿਲ ਤੋਂ ਸਬਰ ਦਾ ਪੱਲਾ ਐਵੇਂ ਛੁੱਟ ਛੁੱਟ ਜਾਂਦਾ ਜਿਵੇਂ ਕਣਕਾਂ ਦੇ ਵੱਢਾਂ ਦੇ ਵਿੱਚੋਂ ਇੱਕ ਨਿੱਕਾ ਜਿਹਾ ਪੋਲੀ ਦਾ ਬੂਟਾ ਹਵਾ ਦੇ ਧੱਫੇ ਖਾ ਖਾ ਕੇ ਵਿਚਾਰਾ ਕਦੇ ਕਣਕ ਦੇ ਜੁੰਡਾਂ ਦੇ ਵਿੱਚ ਫਸ ਜਾਂਦਾ ਹੋਵੇ ਤੇ ਕਦੇ ਛੁੱਟ ਜਾਂਦਾ ਹੋਵੇ। ਹਾਂਜੀ, ਅੱਗੇ ਮੇਰੇ ਰੋਮ ਰੋਮ 'ਚੋਂ ਹਰਦਮ ਰਹਿੰਦੀ ਐਦਾਂ ਰਵਾ ਹੈ ਪਿਆਰ ਕਹਾਣੀ, ਕਿਤੇ ਕਿਤੇ ਇਹ ਪਰਬਤਾਂ ਅੰਦਰ ਸਿੱਲਿਆ ਪੱਥਰਾਂ ਵਿੱਚੋਂ ਹੌਲੀ ਹੌਲੀ ਸਿਮਦਾ ਰਹਿੰਦਾ ਕੋਸਾ ਕੋਸਾ ਪਾਣੀ। ਹਾਂਜੀ, ਕਵੀ ਕਹਿੰਦਾ ਕਿ ਇਹ ਪਿਆਰੀ ਮੇਰੀ ਲੂ ਦੇ ਵਿੱਚ ਪਿਆਰ ਦੀ ਕਹਾਣੀ ਹਰ ਵੇਲੇ ਐਵੇਂ ਚੱਲਦੀ ਰਹਿੰਦੀ ਹੈ ਜਿਵੇਂ ਕਿਤੇ ਕਿਤੇ ਪਰਬਤਾਂ ਵਿੱਚ ਸਿੱਲਿਆ ਪੱਥਰਾਂ ਦੇ ਵਿੱਚੋਂ ਹੌਲੀ ਹੌਲੀ ਕੋਸਾ ਕੋਸਾ ਪਾਣੀ ਸਿਮਦਾ, ਅਰਥਾਤ ਮੇਰਾ ਦਿਲ ਤੇਰੇ ਲਈ ਪਿਆਰ ਨਾਲ ਜਿਹੜੇ ਕਿ ਹਮੇਸ਼ਾ ਭਰਿਆ ਰਹਿੰਦਾ। ਤੇ ਕੋਈ ਮਾਣ ਕਰੇ ਜੀਵਨ ਤੇ, ਇਹ ਵੀ ਤੁਸੀਂ ਰੀਡ ਕਰ ਲੈਣਾ ਕਿਉਂਕਿ ਹੈ ਵੀ ਇਹ 10 ਨੰਬਰ ਵਾਲੀ। ਠੀਕ ਹੈ, ਹੁਣ ਆਪਾਂ ਨੈਕਸਟ ਹੋਰ ਦੇਖਦੇ ਇੱਕ। ਹਾਂਜੀ, SS ਮੀਸ਼ਾ ਦੀ। ਅੱਗੇ ਹੈ SS ਮੀਸ਼ਾ। ਹਾਂਜੀ, ਇਹਦਾ ਜੀਵਨ ਤੇ ਇਹਦੇ ਕਾਵ ਸੰਗ੍ਰਹਿ ਚੀਕ ਬੁਲਬੁਲੀ ਜਿਹੜਾ ਬਹੁਤ ਇੰਪੋਰਟੈਂਟ ਆ ਤੇ ਬਹੁਤ ਵਾਰ ਆਇਆ ਹੋਇਆ। ਹਾਂਜੀ, ਨੰਦੂ ਛੜੇ ਦੀ ਗੱਲ ਚੇਤੇ ਹੈ ਜਿਸ ਨੂੰ ਪਿੰਡ ਨੇ ਰੋਜ਼ ਤਕਾਲੀ 1-2 ਚੀਕਾਂ ਮਾਰਨ ਦੀ ਖੁੱਲ੍ਹ ਦੇ ਦਿੱਤੀ ਸੀ। ਭਰੀ ਪਰੇ ਦੇ ਵਿੱਚ ਗੱਲ ਪੱਲਾ ਪਾ ਕੇ ਜਦ ਉਸਨੇ ਅਰਜ਼ ਗੁਜ਼ਾਰੀ, ਮੇਰੀ ਕੋਈ ਲਾਗ ਡਾਟ ਨਾ ਮੇਰੀ ਆਪਣੀ ਧੀ ਭੈਣ ਪਿੰਡ ਦੀ ਹਰ ਨਾਰੀ, ਦਾਰੂ ਪੀ ਕੇ ਚਿੱਤ ਘਾਬਰਦਾ ਘਾਉ ਮਾਊ ਹੁੰਦਾ, ਡੱਕ ਨਾ ਕੋਈ ਆਈ ਚੀਕ ਹੈ ਜਾਂਦੀ ਮਾਰੀ। ਤਾਂ ਵਿਆਖਿਆ ਦੇ ਵਿੱਚ ਲਿਖਣਾ ਤੁਸੀਂ ਪਹਿਲਾਂ ਜਿਹੜੇ ਕਿ ਪ੍ਰਸੰਗ ਦੇ ਵਿੱਚ ਵੀ ਇਹ ਸੋਹਣ ਸਿੰਘ ਮੀਸ਼ਾ ਦੀ ਲਿਖੀ ਹੋਈ ਕਵਿਤਾ ਚੀਕ ਬੁਲਬੁਲੀ ਦੇ ਵਿੱਚੋਂ ਲਿਆ ਗਿਆ। ਤਾਂ ਇਹਦੇ ਵਿੱਚ ਜਿਹੜੇ ਕਿ ਕਵੀ ਨੇ ਸ਼ਰਾਬੀ ਨੰਦੂ ਛੜੇ ਵਾਲੀ ਗੱਲ ਨੂੰ ਪਿਛੋਕੜ ਦੇ ਵਿੱਚ ਰੱਖਦਿਆਂ ਦੱਸਿਆ ਕਿ ਬੁੱਧੀਜੀਵੀ ਦੇ ਮਨ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਪੈਦਾ ਹੋਈ ਸਮਾਜਿਕ, ਰਾਜਸੀ, ਆਰਥਿਕ ਤੇ ਦਫ਼ਤਰੀ ਜੀਵਨ ਦੇ ਵਿੱਚ ਗਿਰਾਵਟ ਨੂੰ ਦੇਖ ਕੇ ਚੀਕ ਬੁਲਬੁਲੀ ਉੱਠਦੀ ਹੈ। ਠੀਕ ਹੈ, ਵੀ ਉਹਦਾ ਮਨ ਹੈ ਜਿਹੜੇ ਕਿ ਚੀਕ ਮਾਰਨ ਨੂੰ ਕਰਦਾ ਤੇ ਉਸਦੇ ਕੁਝ ਬੋਲਣ ਤੋਂ ਪਹਿਲਾਂ ਹੀ ਬਟ ਉਹਨੂੰ ਮਜਬੂਰੀਆਂ ਉਹਦਾ ਰਾਹ ਰੋਕ ਕੇ ਖੜ ਜਾਂਦੀਆਂ ਨੇ ਉਹਦੇ ਅੱਗੇ। ਤਾਂ ਇਹਦੇ ਵਿੱਚ ਵਿਆਖਿਆ ਦੇ ਵਿੱਚ ਕਵੀ ਕਹਿੰਦਾ ਕਿ ਮੈਨੂੰ ਨੰਦੂ ਛੜੇ ਦੀ ਗੱਲ ਚੇਤੇ ਆ, ਉਹਨੂੰ ਪਿੰਡ ਵਾਲਿਆਂ ਨੇ ਹਰ ਰੋਜ਼ ਸ਼ਾਮ ਵੇਲੇ ਜਿਹੜੇ ਕਿ 2 ਚੀਕਾਂ ਮਾਰਨ ਦੀ ਖੁੱਲ੍ਹ ਦੇ ਦਿੱਤੀ ਸੀ ਕਿਉਂਕਿ ਉਸਨੇ ਭਰੀ ਸਭਾ ਦੇ ਵਿੱਚ ਗਲ ਦੇ ਵਿੱਚ ਪੱਲਾ ਪਾ ਕੇ ਤਰਲਾ ਕਰਕੇ ਬੇਨਤੀ ਕੀਤੀ ਸੀ ਕਿ ਉਹਦਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਉਹਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਤੇ ਉਹ ਪਿੰਡ ਦੀ ਹਰ ਇਸਤਰੀ ਨੂੰ ਆਪਣੀ ਧੀ ਭੈਣ ਸਮਝਦਾ ਤੇ ਉਹ ਕਿਸੇ ਨੂੰ ਤੰਗ ਜਾਂ ਛੇੜਨ ਵਾਲੇ ਲਈ ਚੀਕਾਂ ਨਹੀਂ ਮਾਰਦਾ। ਬਸ ਉਹਦਾ ਸ਼ਰਾਬ ਪੀ ਲੈਂਦਾ ਜਦੋਂ ਤਾਂ ਉਹਦਾ ਚਿੱਤ ਘਬਰਾ ਜਾਂਦਾ ਤੇ ਉਹ ਕਾਬੂ ਦੇ ਵਿੱਚ ਨਹੀਂ ਰਹਿੰਦਾ, ਫਿਰ ਉਹਦਾ ਜਿਹੜੇ ਕਿ ਉਹ ਆਈ ਚੀਕ ਨੂੰ ਉਹ ਰੋਕ ਨਹੀਂ ਸਕਦਾ ਤੇ ਉਹ ਤੋਂ ਚੀਕ ਮਾਰੀ ਜਾਂਦੀ ਹੈ। ਠੀਕ ਹੈ, ਇਹ ਤਰਲਾ ਸੁਣ ਕੇ ਪਿੰਡ ਵਾਲੇ ਨੇ ਉਹਨੂੰ ਜਿਹੜੇ ਕਿ ਸ਼ਾਮ ਵੇਲੇ 2 ਚੀਕਾਂ ਮਾਰਨ ਦੀ ਖੁੱਲ੍ਹ ਦੇ ਰੱਖੀ ਸੀ। ਹਾਂਜੀ, ਮੈਨੂੰ ਬੇਸ਼ੱਕ ਦਾਰੂ ਕਦੀ ਕਦਾਈ ਲੱਭਦਾ ਪਰ ਮੈਂ ਇਸ ਬੇਕਿਰਕ ਸ਼ਹਿਰ ਵਿੱਚ, ਬੇਕਿਰਕ ਭਾਵ ਕਿ ਬੇਦਰਦ, ਠੀਕ ਹੈ, ਸ਼ਹਿਰ ਵਿੱਚ ਕਿੰਨੇ ਚਿਰ ਤੋਂ ਆਪਣੇ ਅੰਦਰ ਇੱਕ ਚੀਕ ਦੇ ਨਾਲ ਬੁਲਬੁਲੀ ਡੱਕੀ ਫਿਰਦਾ, ਚੁੱਪ ਚਪੀਤਾ ਇੱਕ ਖਲਬਲੀ ਚੱਕੀ ਫਿਰਦਾ, ਖਲਬਲੀ ਹੋ ਗਿਆ ਉਥਲ ਪੁਥਲ। ਤੇ ਕਿੰਨੀ ਵਾਰੀ ਚੋਣ ਮੁਹਿੰਮ ਦੇ ਜਲਸੇ ਵਿੱਚ ਤਕਰੀਰ ਸੁਣਦਿਆਂ ਜਨ ਗਨ ਮਨ ਦੀ ਜੈ ਹੈ ਜੈ ਹੈ ਜੈ ਹੈ, ਸੋਗ ਸਭਾ ਦੀ ਚੁੱਪ ਦੇ ਮੌਕੇ ਚਿੱਤ ਘਾਬਰਿਆ ਚੀਕ ਬੁਲਬੁਲੀ ਮਸਾਂ ਰੋਕੀ। ਤਾਂ ਕਵੀ ਕਹਿੰਦਾ ਕਿ ਬੇਸ਼ੱਕ ਮੈਨੂੰ ਨੰਦੂ ਛੜੇ ਵਾਂਗ ਸ਼ਰਾਬ ਹਰ ਰੋਜ਼ ਨਹੀਂ ਮਿਲਦੀ ਤੇ ਉਹ ਕਦੇ ਕਦਾਈ ਹੀ ਮਿਲਦੀ ਆ, ਪਰ ਮੈਂ ਇਸ ਬੇਦਰਦੀ ਭਰੇ ਸ਼ਹਿਰ ਦੇ ਵਿੱਚ ਲੋਕਾਂ ਦੇ ਵਿਵਹਾਰ ਰਵੱਈਏ ਤੋਂ ਤੰਗ ਆ ਕੇ ਆਪਣੇ ਅੰਦਰੋਂ ਜਿਹੜੀ ਚੀਕ ਬੁਲਬੁਲੀ ਨਿਕਲਦੀ ਆ ਉਹਨੂੰ ਰੋਕੀ ਬੈਠਾ ਤੇ ਇਸ ਤਰ੍ਹਾਂ ਮੈਂ ਚੁੱਪ ਵੱਟ ਕੇ ਆਪਣੇ ਮੰਦਰ ਇੱਕ ਉਥਲ ਪੁਥਲ ਜਿਹੜੀ ਕਿ ਸਾਂਭੀ ਹੋਈ ਹੈ। ਤੇ ਜਦੋਂ ਕਦੇ ਵੀ ਚੋਣ ਮੁਹਿੰਮ ਦੇ ਵਿੱਚ ਕਿਸੇ ਆਗੂ ਨੂੰ ਲੋਕਾਂ ਅੱਗੇ ਗੁੰਮਰਾਹ ਕਰਦਿਆਂ ਭਾਸ਼ਣ ਕਰਦਿਆਂ ਮੈਂ ਸੁਣਿਆ ਜਾਂ ਮੈਂ ਭ੍ਰਿਸ਼ਟਾਚਾਰ ਅਤੇ ਅਨਿਆਏ ਦੇ ਰਾਜ ਦੇ ਵਿੱਚ ਜਨ ਗਨ ਮਨ ਦੀ ਜੈ ਕਰਨ ਵਾਲੇ ਕੌਮੀ ਗੀਤ ਦੇ ਗਾਇਨ ਸਮੇਂ ਸਰੋਤਿਆਂ ਦੇ ਵਿੱਚ ਜਿਹੜੀ ਕਿ ਸੋਗ ਵਾਲੀ ਚੁੱਪ ਦੇਖਦਾ ਤਾਂ ਮੇਰਾ ਮਨ ਬਹੁਤ ਘਬਰਾ ਜਾਂਦਾ। ਤਾਂ ਇਸ ਸਮੇਂ ਮੇਰੇ ਮਨ ਵਿੱਚੋਂ ਨਿਕਲਦੀ ਚੀਕ ਬੁਲਬੁਲੀ ਨੂੰ ਬੜੀ ਮੁਸ਼ਕਲ ਦੇ ਨਾਲ ਰੋਕਦਾ।
ਅੱਗੇ ਹੈ ਹਫ਼ਤੇਵਾਰ ਦਫ਼ਤਰੀ ਮੀਟਿੰਗ ਦੇ ਵਿੱਚ ਬਿੰਗ ਬਲੇਵੇ ਖਾਂਦੀ ਜਦੋਂ ਦਲੀਲ ਮੇਜ਼ ਤੇ ਰਿੰਗਣ ਲੱਗੀ। ਕੱਸ ਕੇ ਰਤਾ ਹੋਰ ਨਕਟਾਈ ਮੈਂ ਇਸ ਚੀਕ ਦੇ ਨਾਲ ਬੁਲਬੁਲੀ ਪਹੁੰਚੀ ਸੰਗ ਦੇ ਕੋਲ ਦਵਾਈ। ਤਾਂ ਕਵੀ ਕਹਿੰਦਾ ਕਿ ਜਦੋਂ ਹਫ਼ਤੇ ਪਿੱਛੋਂ ਸਾਡੇ ਦਫ਼ਤਰਾਂ ਦੇ ਅਮਲੇ ਦੀ ਮੀਟਿੰਗ ਹੁੰਦੀ ਹੈ ਤਾਂ ਉਹਦੇ ਵਿੱਚ ਦਲੀਲ ਨੂੰ ਮੇਜ਼ ਉੱਪਰ ਜਦੋਂ ਰਿੰਗਦੀ ਨੂੰ ਦੇਖਦਾ, ਭਾਵ ਕਿ ਉਹਦੀ ਕੁਛ ਨਹੀਂ ਸੁਣੀ ਜਾਂਦੀ ਤੇ ਅਫਸਰ ਆਪਣੀਆਂ ਮਨਮਰਜ਼ੀਆਂ ਚਲਾਉਂਦੇ ਨੇ, ਤਾਂ ਆਪਣੇ ਗਲ ਉੱਪਰ ਜਿਹੜੀ ਨਕਟਾਈ ਨੂੰ ਜ਼ੋਰ ਕੇ ਕੱਸ ਕੇ ਆਪਣੇ ਸੰਗ ਦੇ ਵਿੱਚੋਂ ਜਿਹੜੀ ਚੀਕ ਬੁਲਬੁਲੀ ਨਿਕਲਦੀ ਹੈ ਉਹਨੂੰ ਮਸਾਂ ਹੀ ਰੋਕਦਾ। ਅੱਗੇ ਹੈ ਚੜ੍ਹੇ ਮਹੀਨੇ ਤਲਬ ਦਿਹਾੜੇ ਬਿਲਾਂ ਦਾ ਭੁਗਤਾਨ ਕਰਦਿਆਂ ਨਿੱਕੀ ਨਿੱਕੀਆਂ 100 ਸਦਰਾਂ ਦਾ ਘਾਣ ਕਰਦਿਆਂ। ਤਲਬ ਹੋ ਗਿਆ ਤਨਖਾਹ, ਠੀਕ ਹੈ। ਘੁੱਟ ਸਬਰ ਦੇ ਨਾਲ ਆਪਣੀ ਹੀ ਰਤ ਪੀਤੀ ਬੱਚੇ ਨੂੰ ਬੂਟਾਂ ਦਾ ਲਾਰਾ ਹੋਰ ਮਹੀਨਾ ਟਾਲਣ ਵੇਲੇ ਹਰ ਵਾਰੀ ਮੈਂ ਦੱਬੀ ਚੀਕ ਮੁਲਤਵੀ ਕੀਤੀ, ਮੁਲਤਵੀ ਭਾਵ ਕਿ ਅੱਗੇ ਕੀਤੀ। ਤਾਂ ਠੇਕੇ ਦੇ ਕੈਬਨ ਦੇ ਵਿੱਚ ਠੱਠੇ ਚੁਗਲੀ ਨਿੰਦਿਆ ਚੁਗਲੀ ਫੇਰੇ ਤੰਗੀ ਤੁਰਸ਼ੀ ਦਾ ਅਹਿਸਾਸ ਜਾਗਦਾ ਖਾਰਾ ਬੱਤਾ ਖੋਲ੍ਹਣ ਲੱਗਿਆ ਲੱਗਦਾ ਆਪਣਾ ਆਪ ਪਾਟਦਾ। ਹਾਂਜੀ, ਕਵੀ ਕਹਿੰਦਾ ਕਿ ਜਦੋਂ ਨਵਾਂ ਮਹੀਨਾ ਚੜ੍ਹਦਾ ਤਾਂ ਉਹ ਤਨਖਾਹ ਵਾਲੇ ਦਿਨ ਲਹਿਣੇਦਾਰ ਦੇ ਬਿੱਲਾਂ ਦਾ ਭੁਗਤਾਨ ਕਰਦਿਆਂ ਆਪਣੀਆਂ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਸਦਰਾਂ ਨੂੰ ਉਹਨੂੰ ਮਾਰਨਾ ਪੈਂਦਾ ਤੇ ਉਹਨੂੰ ਐਵੇਂ ਲੱਗਦਾ ਕਿ ਜਿਵੇਂ ਮੈਂ ਸਬਰ ਦੇ ਘੁੱਟ ਦੇ ਨਾਲ ਲਹੂ ਪੀਤਾ ਹੋਵੇ। ਤੇ ਕਿਸੇ ਆਰਥਿਕ ਤੰਗੀ ਕਰਕੇ ਆਪਣੇ ਬੱਚੇ ਦੇ ਨਾਲ ਜਿਹੜਾ ਕਿ ਨਵੇਂ ਬੂਟ ਲੈ ਕੇ ਲਿਆਉਣ ਦਾ ਜਿਹੜਾ ਕਿ ਲਾਰਾ ਉਹਨੂੰ ਜਦੋਂ 1 ਮਹੀਨੇ ਹੋਰ ਅੱਗੇ ਟਾਲਣਾ ਪੈਂਦਾ ਤਾਂ ਉਹਦੇ ਅੰਦਰੋਂ ਜਿਹੜੇ ਕਿ ਇੱਕ ਚੀਕ ਨਿਕਲਦੀ ਆ ਜਿਸ ਨੂੰ ਮਸਾਂ ਰੋਕ ਕੇ ਰੱਖਦਾ। ਫਿਰ ਜਦੋਂ ਮੈਂ ਸ਼ਰਾਬ ਦੇ ਠੇਕੇ ਦੀ ਕੈਬਨ ਦੇ ਵਿੱਚ ਬੈਠ ਕੇ ਆਪਣੇ ਸਾਥੀਆਂ ਨਾਲ ਠੱਠੇ ਸ਼ੁਗਲ ਤੇ ਨਿੰਦਿਆ ਚੁਗਲੀ ਦੀਆਂ ਗੱਲਾਂ ਕਰਦਾ ਤਾਂ ਮੇਰੇ ਮਨ ਦੇ ਵਿੱਚ ਆਪਣੀ ਆਰਥਿਕ ਤੰਗੀ ਦਾ ਅਹਿਸਾਸ ਜਾਗਦਾ ਤੇ ਇਸ ਸਮੇਂ ਸ਼ਰਾਬ ਮਿਲਾਉਣ ਲਈ ਖਾਰੀ ਬੋਤਲ ਖੋਲ੍ਹਣ ਲੱਗਿਆ ਮੈਨੂੰ ਐਵੇਂ ਲੱਗਦਾ ਕਿ ਮੈਂ ਆਪਣਾ ਆਪ ਹੀ ਜਿਹੜਾ ਕਿ ਖੋਲ੍ਹ ਰਿਹਾ। ਹਾਂਜੀ, ਅੱਗੇ ਹੈ ਥੌਂਕ ਥਾਈ ਚੀਕ ਬੁਲਬੁਲੀ ਪਾਨ 'ਚ ਜਰਦੇ ਨਾਲ ਚਬਾਈ ਨੀਂਦਰ ਗੋਲੀ ਨਾਲ ਸੁਆਈ, ਠੀਕ ਹੈ। ਗਰਦਾਏ ਬਦਨਾਂ ਦੀ ਮਹਿਕ ਨਾਲ ਵਰਚਾਈ ਪਰ ਹੁਣ ਹੋਰ ਨਾ ਡੱਕੀ ਰਹਿੰਦੀ ਹਰਦਮ ਜ਼ਬਤ ਕਰਨ ਨਾਲ ਹੈ ਖਹਿੰਦੀ ਦਿਨ ਪਰ ਹੋਸ਼ ਭਟਕਦੀ ਅੰਦਰੋਂ ਪਸਲੀਆਂ ਭਾਂਦੀ ਰਾਤੀ ਅੱਖੀ ਨੀਂਦ ਨਾ ਪੈਂਦੀ। ਹਾਂਜੀ, ਕਵੀ ਕਹਿੰਦਾ ਕਿ ਇੱਕ ਰਾਜਸੀ ਆਰਥਿਕ ਸਮਾਜਿਕ ਤੇ ਦਫ਼ਤਰੀ ਜੀਵਨ ਦੀ ਗਿਰਾਵਟ ਦੇਖ ਕੇ ਮੇਰੇ ਮੂੰਹੋਂ ਜਿਹੜੀ ਥਾਂ ਦੇ ਚੀਕ ਬੁਲਬੁਲੀ ਨਿਕਲ ਨੂੰ ਕਰਦੀ ਹੈ ਤੇ ਕਿਤੇ ਮੈਂ ਇਹਨੂੰ ਪਾਨ ਦੇ ਵਿੱਚ ਖੁਸ਼ਬੂਦਾਰ ਤੰਬਾਕੂ ਨਾਲ ਚੱਬ ਲੈਣਾ ਤੇ ਕਿਤੇ ਨੀਂਦ ਦੀ ਗੋਲੀ ਲੈ ਕੇ ਸਵਾ ਲੈਣਾ ਤੇ ਕਿਤੇ ਨਵੀਂ ਜਵਾਨੀ ਚੜ੍ਹੇ ਸਰੀਰਾਂ ਦੀ ਮਹਿਕ ਨਾਲ ਪਰਚਾ ਲੈਣਾ। ਪਰੰਤੂ ਹੁਣ ਹਾਲਤ ਇਹ ਬਣ ਗਈ ਹੈ ਕਿ ਮੈਂ ਇਸ ਨੂੰ ਹੋਰ ਸਮਾਂ ਦਬਾ ਕੇ ਨਹੀਂ ਰੱਖ ਸਕਦਾ ਤੇ ਇਹ ਹਰਦਮ ਮੇਰੇ ਦੁਆਰਾ ਪਾਲੇ ਜਾਂਦੇ ਅਨੁਸ਼ਾਸਨ ਨੂੰ ਤੋੜਨਾ ਚਾਹੁੰਦੀ ਹੈ ਤੇ ਇਹ ਦਿਨ ਭਰ ਮੇਰੀ ਸੂਝ ਬੂਝ ਨੂੰ ਭਟਕਾਉਂਦੀ ਹੈ, ਭਾਵ ਕਿ ਜਦੋਂ ਭ੍ਰਿਸ਼ਟਾਚਾਰ ਹੋ ਰਿਹਾ ਹੁੰਦਾ ਤਾਂ ਉਹਨੂੰ ਦੇਖ ਕੇ ਆਪਾਂ ਨੂੰ ਜਿਹੜੇ ਕਿ ਮਨ ਕੁਰਲਾਉਂਦਾ ਆਪਣਾ ਉਸ ਚੀਜ਼ ਨੂੰ ਬਿਆਨ ਕੀਤਾ ਹੋਇਆ, ਠੀਕ ਹੈ। ਤਾਂ ਉਹ ਕਵੀ ਕਹਿੰਦਾ ਕਿ ਮੇਰੇ ਅੰਦਰ ਇਹ ਪਸਲੀਆਂ ਭੰਨਦੀ ਤੇ ਰਾਤ ਨੂੰ ਮੈਨੂੰ ਅਨੀਂਦਰਾ ਕਰਦੀ ਹੈ ਜਿਹੜੀ ਇਹ ਚੀਕ ਬੁਲਬੁਲੀ ਉਹਨੇ ਦਬਾ ਕੇ ਰੱਖ ਰੱਖੀ ਹੈ। ਅੱਗੇ ਹੈ ਹੁਣ ਜੀ ਕਰਦਾ ਕੱਲ ਕਚਹਿਰੀ ਲਾਗੇ ਗਾਂਧੀ ਚੌਂਕ 'ਚ ਖੜ ਕੇ ਸਾਰਾ ਗੁੱਬ ਘਲਾਟ ਕੱਢ ਲਵਾਂ ਇੰਨੇ ਚਿਰ ਦੀ ਡੱਕੀ ਹੋਈ ਖਿਲ ਕੇ ਚੀਕ ਬੁਲਬੁਲੀ ਮਾਰਾਂ ਮੁਸਕਰਾਉਂਦੇ ਗਾਂਧੀ ਦੇ ਬੁੱਤ ਤੋਂ ਡਾਂਡੀ ਸਫ਼ਰ ਦੀ ਸੂਟੀ ਖੋਹ ਕੇ ਆਪਣਾ ਹੀ ਸਿਰ ਪਾੜਾ ਲਹੂ ਪਲੱਥਾ ਬੁੱਤ ਦੇ ਪੈਰੀ ਡਿੱਗਾ ਸਾਹ ਛੱਡਣ ਤੋਂ ਪਹਿਲਾਂ 2-3 ਵਾਰੀ ਰਾਮ ਪੁਕਾਰਾਂ। ਹਾਂਜੀ, ਇਹਦੇ ਵਿੱਚ ਕਵੀ ਕਹਿੰਦਾ ਹੈ ਕਿ ਮੇਰੇ ਅੰਦਰ ਚੀਕ ਬੁਲਬੁਲੀ ਦੱਬੀ ਰਹਿਣ ਤੋਂ ਇਨਕਾਰੀ ਹੈ ਤੇ ਮੈਂ ਹੁਣ ਆਪਣੇ ਰਾਜਸੀ ਸਮਾਜਿਕ ਤੇ ਆਰਥਿਕ ਜਿਹੜੇ ਕਿ ਜੀਵਨ ਤੋਂ ਦੂਸ਼ਿਤ ਵਾਤਾਵਰਨ ਤੋਂ ਇੰਨਾ ਤੰਗ ਹੋ ਗਿਆ ਕਿ ਹੁਣ ਮੇਰਾ ਜੀਅ ਕਰਦਾ ਹੈ ਕਿ ਮੈਂ ਕੱਲ੍ਹ ਨੂੰ ਕਚਹਿਰੀ ਨੇੜੇ ਗਾਂਧੀ ਚੌਂਕ ਦੇ ਵਿੱਚ ਖੜਾ ਹੋ ਕੇ ਇੰਨੇ ਚਿਰ ਦੀ ਦੱਬੀ ਹੋਈ ਚੀਕ ਬੁਲਬੁਲੀ ਮਾਰਾਂ ਤੇ ਖੁੱਲ੍ਹ ਕੇ ਆਪਣੇ ਦਿਲ ਦਾ ਜਿਹੜਾ ਦੱਬਿਆ ਹੋਇਆ ਗੁੱਬ ਘਲਾਟ ਆ ਉਹ ਕੱਢ ਲਵਾਂ। ਫਿਰ ਮੁਸਕਰਾਉਂਦੇ ਹੋਏ ਗਾਂਧੀ ਦੇ ਬੁੱਤ ਤੋਂ ਹੱਥੋਂ ਡਾਂਡੀ ਸਫ਼ਰ ਦੀ ਸੂਟੀ ਖੋਹ ਕੇ ਆਪਣਾ ਸਿਰ ਪਾੜ ਲਵਾਂ ਤੇ ਲਹੂ ਲਹਾਨ ਹੋ ਕੇ ਮੈਂ ਰਾਸ਼ਟਰਪਿਤਾ ਦੇ ਪੈਰਾਂ ਤੇ ਡਿੱਗਾਂ ਤੇ ਸਵਾਦ ਛੱਡਣ ਤੋਂ ਪਹਿਲਾਂ ਹੀ 3 ਵਾਰੀ ਰਾਮ ਰਾਮ ਪੁਕਾਰਾਂ ਜਿਵੇਂ ਗਾਂਧੀ ਨੇ ਜਿਹੜੇ ਕਿ ਸਵਾਦ ਛੱਡਣ ਲੱਗਿਆ ਪੁਕਾਰਿਆ ਸੀ। ਅੱਗੇ ਚੀਕ ਬੁਲਬੁਲੀ, ਹਾਂਜੀ ਇਹ ਤਾਂ ਇੱਕ ਸਟੋਰੀ ਦੀ ਤਰ੍ਹਾਂ ਕਹਾਣੀ ਹੈ, ਠੀਕ ਹੈ। ਕਹਾਣੀ ਦੀ ਤਰ੍ਹਾਂ ਇਹ ਭਾਵ ਕੀ ਹੈਗੀ ਹੈ ਸਟੋਰੀ 'ਚ ਬਣੀ ਹੋਈ, ਤਾਂ ਈਜ਼ੀ ਵੇ ਨਾਲ ਤੁਸੀਂ ਇਹਨਾਂ ਜਿਹੜੇ ਕਿ ਸਾਰ ਤੁਹਾਡੇ ਯਾਦ ਹੋ ਜਾਊਗਾ। ਇਹ ਵੀ ਕਰ ਲੈਣਾ, ਇੱਕ ਵਾਰ ਰੀਡ ਕਰ ਲੈਣਾ ਵੈਸੇ। ਤੇ ਅੱਗੇ ਹੈਗੇ ਆ ਜਿਹੜੇ ਕਿ SS ਮੀਸ਼ਾ ਦੀ ਕਵਿਤਾ ਘਰ ਕਵਿਤਾ, ਠੀਕ ਹੈ। 2 ਕਵਿਤਾਵਾਂ ਨੇ, ਚੀਕ ਬੁਲਬੁਲੀ ਤੇ ਘਰ। ਇਸ ਦਾ ਵੀ ਤੁਸੀਂ ਜਿਹੜੇ ਕਿ ਵਿਸ਼ਾ ਵਸਤੂ ਜਿਹੜੇ ਕਿ ਕਰ ਲੈਣਾ। ਥੈਂਕਸ।